ਇਕ ਓੰਕਾਰ ਸਤਨਾਮ। ਗੁਰਮੁਖ ਨਿਰਭਉ ਨਿਰਵੈਰ, ਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ, ਭੀ ਸਚ ਨਾਨਕ ਹੋਸੀ ਭੀ ਸਚ। ਮੂਕਿ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਹੇ। ਅੰਧ ਲਖੈ ਜੋ ਕਾਲ ਕਿਰਪਾ ਕਰਾਏ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਂਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸੀ ਅੰਮ੍ਰਿਤ ਛਤਰ ਗੁਰ ਰਾਮਹਿ ਦਿਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਤਰਾਇ ਅੰਮ੍ਰਿਤ ਬੈਣ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਤਰਾਇ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਵੇਖੋ ਨੈਣ। ਤੁਧ ਆਗਿਆ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ। ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਬੈਠਾ ਸੋਢੀ ਪਾਤਸ਼ਾਹ। ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਵਿੱਚ ਜੋਤ ਸੋਢੀ ਪਾਤਸ਼ਾਹ ਬੈਠਾ। ਸੋਢੀ ਪਾਤਸ਼ਾਹ ਬੈਠਾ। ਸੋਢੀ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਬੈਠਾ। ਅੰਮ੍ਰਿਤਸਰ ਵਿੱਚ ਬੈਠਾ ਸੋਢੀ ਪਾਤਸ਼ਾਹ। ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਵਿੱਚ ਜੋਤ ਅੰਮ੍ਰਿਤਸਰ
ਤਾਲ ਘਟਾਇਆ ਅੰਮ੍ਰਿਤ ਸਰ ਜੋਤ ਜਗਾਇਆ ਇੱਕ ਅਰਦਾਸ ਪਾਠ ਗੁਰੂ ਰਾਮਦਾਸ ਰਾਖੋ ਪਰਮ ਸਤਿਕਾਰਯੋਗ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੀ ਗੁਰੂ ਕੀ ਸਾਧ ਸੰਗਤ ਜੀ, ਆਓ ਸਾਹਿਬ ਦੇ ਪਾਵਨ ਚਰਨਾਂ ਵਿੱਚ ਜਿਹੜੀਆਂ ਸੰਗਤਾਂ ਅਜੇ ਤੱਕ ਘਰਾਂ ਵਿੱਚੋਂ ਨਹੀਂ ਪਹੁੰਚੀਆਂ, ਉਹ ਸਾਰੇ ਆਪਣੇ ਘਰਾਂ ਦੇ ਵਿੱਚੋਂ ਥੋੜ੍ਹਾ ਕੰਮ ਛੱਡ ਕੇ ਆਓ ਭਾਈ ਦਰਬਾਰ ਸਾਹਿਬ ਦੇ ਵਿੱਚ ਬੈਠੀਏ। ਕੁਝ ਸਮਾਂ ਇੱਦੋਂ ਕੰਮ ਹੋਰ ਕਿਹੜਾ ਚੰਗਾ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ। ਮਾਫ਼ ਕਰਨਾ, ਜਦੋਂ ਕੋਈ ਮੁਸੀਬਤ ਪੈ ਜਾਂਦੀ ਹੈ, ਕੋਈ ਦੁੱਖ ਆ ਜਾਂਦਾ, ਫਿਰ ਕਿਵੇਂ ਕੰਮ ਛੱਡਦੇ ਆ। ਜਿਹੜੇ ਗੁਰੂ ਨੇ ਸਾਨੂੰ ਸੁੱਖ ਦੇਣੇ ਆ, ਜਿਹੜੇ ਗੁਰੂ ਨੇ ਸਾਨੂੰ ਬਖਸ਼ਾਂ ਦੇਣੀਆਂ ਨੇ, ਉਹਦੇ ਲਈ ਸਾਡੇ ਕੋਲ ਟਾਈਮ ਹੈ ਨਹੀਂ। ਜਿਵੇਂ ਵੀ ਹੈ ਨਾ ਘਰੋਂ, ਉਵੇਂ ਜਿਵੇਂ ਹੀ ਆਪਣੇ ਘਰ ਦੇ ਕੰਮਾਂ ਕਾਰਾਂ ਨੂੰ ਸੰਕੋਚ ਕੇ ਕੁਝ ਸਮਾਂ ਪਾਵਨ ਦਰਬਾਰ ਸਾਹਿਬ ਵਿੱਚ ਆਓ। ਸਾਰੇ ਮੈਂ ਮੰਡੀ ਵਾਲੇ, ਲੇਬਰ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ, ਉਹ ਵੀ ਆਪਣਾ ਕੰਮ ਛੱਡ ਦਿਓ। 1 ਘੰਟਾ ਛੱਡ ਕੇ ਕੰਮ ਅੱਧਾ ਪੌਣਾ ਘੰਟਾ ਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਬੈਠੋ। ਫਿਰ ਬਾਅਦ ਵਿੱਚ ਸਾਰਿਆਂ ਇੱਥੇ ਹੀ ਲੰਗਰ ਪਾਣੀ ਛਕ ਕੇ ਜਾਣਾ। ਆਓ ਤੁਹਾਡੀ ਮੇਰੀ ਸਾਰਿਆਂ ਦੀ ਗੁਰੂ ਦੇ ਨਾਲ ਗੁਰਮਤਿ ਅਨੁਸਾਰ ਸਾਂਝ ਬਣ ਆਵੇ। ਫਤਿਹ ਪ੍ਰਵਾਨ ਕਰਿਓ, ਕੋਈ ਵੀ ਰਸਨਾ ਬਾਂਝੀ ਨਾ ਰਹਿ ਜਾਏ। ਸਾਰੀ ਸੰਗਤ ਗੁਰੂ ਨੂੰ ਸੀਸ ਨਿਵਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਤੇ ਰਹਿਮਤ ਦਾ ਸਦਕਾ ਪਾਵਨ ਪਵਿੱਤਰ ਸਥਾਨਾਂ 'ਤੇ ਧੰਨ 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 ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਦਾ ਅੱਜ ਆਗਮਨ ਦਿਹਾੜਾ ਹੈ ਭਾਈ, ਅਵਤਾਰ ਦਿਹਾੜਾ। ਅੱਜ ਦੁਨੀਆ ਦੇ ਕੋਨੇ ਕੋਨੇ 'ਤੇ ਹਰ ਕੋਈ ਸਿੱਖ ਆਪਣਾ ਆਪਣਾ ਕੁਝ ਸਮਾਂ ਕੰਮਕਾਰ ਛੱਡ ਕੇ ਗੁਰੂ ਚਰਨਾਂ ਦੇ ਵਿੱਚ ਆ ਕੇ ਜੁੜਦੇ ਆ, ਨਿਮਦੇ ਆ। ਜੇ ਕੰਮ ਹੀ ਪਿਆਰੇ ਆ, ਫਿਰ ਤਾਂ ਰੱਬ ਤੋਂ ਜ਼ਿੰਦਗੀ ਵੀ ਹੋਰ ਉਮਰ ਹੋਰ ਦੇ ਦੇ। ਇਸ ਕਰਕੇ ਭਾਈ ਇਹ ਸਮਾਂ ਇਹੋ ਜਿਹੇ ਕੰਮਾਂ 'ਚ, ਚੰਗੇ ਕੰਮਾਂ 'ਚ ਸਫਲਾ ਹੁੰਦਾ ਸਮਾਂ। ਦੇਖੋ 20-20, 30-30, 50-50 ਬੰਦੇ ਬਿਨਾਂ ਮਤਲਬ ਤੋਂ ਕੰਮ ਛੱਡ ਕੇ ਖੁੰਡਾਂ ਚੌਂਕੜੀਆਂ 'ਤੇ ਬੈਠੀ ਜਾਣਾ, ਇੱਧਰ ਝਾਕ ਲਿਆ, ਇੱਧਰ ਝਾਕ ਲਿਆ। ਵਿਆਹ ਸ਼ਾਦੀਆਂ ਦੇ ਵਿੱਚ ਇਕੱਠੇ ਹੁੰਦੇ ਹੋ, ਨੱਚਦੇ ਟੱਪਦੇ ਹੋ, ਸਮਾਂ ਸਫਲਾ ਨਹੀਂ ਹੈ। ਸਮਾਂ ਇੱਥੇ ਸਫਲਾ ਹੈ ਜਿਹੜਾ ਰੱਬ ਦੀ ਯਾਦ ਵਿੱਚ ਗੁਜ਼ਰਦਾ ਹੈ, ਪਰਮਾਤਮਾ ਦੀ ਯਾਦ ਵਿੱਚ ਗੁਜ਼ਰਦਾ ਹੈ। ਮੈਂ ਬੇਨਤੀ ਕਰਾਂ ਕਿ ਸਾਰੇ ਨਗਰ ਦੀ ਸੰਗਤ ਭਾਈ ਆਪਣਾ ਆਪਣਾ ਕੰਮਕਾਰ ਛੱਡ ਕੇ ਕੁਝ ਸਮੇਂ ਲਈ ਗੁਰੂ ਚਰਨਾਂ ਵਿੱਚ ਆ ਕੇ ਜੁੜੀਏ। ਜਦੋਂ ਕੋਈ ਨੌਬਤ ਆ ਜਾਂਦੀ ਹੈ, ਫਿਰ ਸਾਡੀ ਅਰਦਾਸ ਕਰਦੇ ਹੋ ਜੀ, ਸਾਡਾ ਆਪਾਂ ਪੁੱਛਾਂ ਵਾਲਿਆਂ ਕੋਲੇ ਤੁਰੇ ਫਿਰਦੇ ਆ, ਫਿਰ ਬਾਹਮਣਾ ਪੰਡਤਾਂ ਕੋਲੇ। ਇਹੋ ਜਿਹੇ ਸਮਿਆਂ 'ਚ ਨਾ ਗੁਰੂ ਦਿਆਲੂ ਆਪਣੇ ਭੰਡਾਰੇ ਖੋਲ੍ਹ ਕੇ ਰੱਖਦੇ ਆ ਮੇਰੇ ਪਾਤਸ਼ਾਹ। ਜਿਹੜਾ ਦਰ 'ਤੇ ਆਉਂਦਾ ਫਿਰ ਉਹਦੀ ਖਾਲੀ ਝੋਲੀ ਨਹੀਂ ਰਹਿਣ ਦਿੰਦੇ, ਉਹਦੀ ਝੋਲੀ ਭਰ ਕੇ ਤੋਰਦੇ ਆ। ਸੋ ਇਸ ਕਰਕੇ ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਆਗਮਨ ਦਿਹਾੜਾ। ਕੌਣ ਸੀਗੇ ਚੌਥੇ ਪਾਤਸ਼ਾਹ? ਸਾਧ ਸੰਗਤ ਜੀਓ, ਸੋਢੀਆਂ ਅਤੇ ਬੇਦੀਆਂ ਦਾ ਪੁਰਾਣਾ ਇਤਿਹਾਸ ਹੈ, ਪਰ ਸੋਢੀਆਂ ਦੇ ਅੰਸ ਬੰਸ ਦੇ ਵਿੱਚੋਂ ਇੱਕ ਇਹਨਾਂ ਦੇ ਵੱਡੇ ਲਾਹੌਰ ਦੇ ਵਿੱਚ ਰਹਿੰਦੇ ਸਨ। ਉਹਨਾਂ ਦਾ ਨਾਮ ਹੈ ਗੁਰਦਿਆਲ ਸੋਢੀ। ਇਹਨਾਂ ਦਾ ਕੰਮ ਸੀ ਅਸਲ ਵਿੱਚ ਹੀਰਿਆਂ ਦਾ ਕੰਮ, ਲਾਲਾਂ ਦਾ, ਜੇਵਰਾਂ ਦਾ ਕੰਮ, ਔਰ ਵੱਡਾ ਸ਼ਾਹੂਕਾਰਾ ਸੀ, ਬਹੁਤ ਵੱਡਾ ਸ਼ਾਹੂਕਾਰਾ। ਅਤੇ ਇਹਨਾਂ ਦੇ ਘਰੇ 2 ਪੁੱਤ ਹੋਏ। ਵੱਡੇ ਦਾ ਨਾਮ ਠਾਕੁਰ ਸੀਗਾ, ਠਾਕੁਰ ਹਰਦਾਸ ਤਨੇ ਵੀ ਕਹਿ ਦਿੰਦੇ ਨੇ ਕਿਤੇ। ਠਾਕੁਰ ਦੇ ਘਰੇ ਸਾਧ ਸੰਗਤ ਜੀਓ ਹਰਦਾਸ ਜੀ ਜਨਮੇ।
ਬਾਬਾ ਹਰਦਾਸ ਜੀਆਂ ਦਾ ਜਨਮ ਹੋਇਆ। ਬਾਬਾ ਹਰਦਾਸ ਜੀਆਂ ਦਾ ਜਿਹੜਾ ਘਰ-ਬਾਰ ਸੀ, ਇਹਨਾਂ ਨੇ ਬਦਲ ਕੇ ਜਿਹੜਾ ਲਾਹੌਰ ਸ਼ਹਿਰ ਹੈ ਨਾ, ਇਹ ਲਾਹੌਰ ਸ਼ਹਿਰ ਸਦੀਆਂ ਦਾ ਵਸਿਆ ਹੋਇਆ। ਭਾਵੇਂ ਉਹ ਐਰਾਵਤੀ ਜਾਂ ਰਾਵੀ ਨਦੀ ਦੇ ਕਿਨਾਰੇ ਕਹਿ ਦਿੰਦੇ ਆ, ਪਰ ਜਦੋਂ ਤੁਸੀਂ ਲਾਹੌਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਜਾਓਗੇ, ਲਾਹੌਰ ਉੱਚਾ ਬਹੁਤ ਹੈ, ਵਿੱਚੋਂ ਬਹੁਤ ਉੱਚਾ ਅਤੇ ਨੀਵਾਂ ਹੈ। ਇੱਥੇ ਰੁਸ਼ਨਾਈ ਦਰਵਾਜ਼ੇ ਤੋਂ ਮਸਤੀ ਗੇਟ ਨੂੰ ਜਾਈਏ, ਚੌਹੱਟੇ ਦੇ ਕੋਲੇ, ਜਿੱਥੇ ਚੌਹੱਟੇ ਦੇ ਕੋਲੇ ਦੁਨੀ ਚੰਦ ਦੀ ਹਵੇਲੀ ਕੋਲੇ ਗੁਰੂ ਨਾਨਕ ਦੇਵ ਮਹਾਰਾਜ ਨੇ ਆਸਾ ਦੀ ਵਾਰ ਦੀਆਂ ਪੌੜੀਆਂ ਤੇ ਕੁਝ ਸਲੋਕ ਉਚਾਰਨ ਕੀਤੇ ਸੀ ਦੁਨੀ ਚੰਦ ਦੇ ਪ੍ਰਤੀ। ਉਹਨਾਂ ਦੇ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਨੇ ਰਹਿਮਤ ਕੀਤੀ, ਕਿਰਪਾ ਕੀਤੀ। ਇੱਥੇ ਹਰਦਾਸ ਜੀਆਂ ਦਾ ਜਿਹੜਾ ਸ਼ਾਹੂਕਾਰਾ ਕਾਰੋਬਾਰ ਹੈ, ਇੱਥੋਂ ਰੁਸ਼ਨਾਈ ਦਰਵਾਜ਼ੇ ਤੋਂ ਮਸਤੀ ਗੇਟ ਦੇ ਕੋਲ ਦੀ ਗਾਹਾਂ ਜਾ ਕੇ ਸਾਧ ਸੰਗਤ ਜੀਓ ਡੱਬੀ ਬਾਜ਼ਾਰ ਆ ਜਾਂਦਾ ਹੈ। ਡੱਬੀ ਬਾਜ਼ਾਰ ਤੋਂ ਉੱਪਰ ਚੜ੍ਹ ਕੇ ਤੇ ਚੂਨਾ ਮੰਡੀ ਹੈ। ਚੂਨਾ ਮੰਡੀ, ਚੂਨਾ ਮੰਡੀ ਦੇ ਵਿੱਚ ਇੱਕ ਪਰਿਵਾਰ ਵੱਸਦਾ, ਸੋਢੀ ਪਰਿਵਾਰ। ਬਾਬਾ ਹਰਦਾਸ ਜੀਆਂ ਦੇ ਘਰੇ ਔਰ ਸਾਧ ਸੰਗਤ ਜੀਓ, ਅੱਜ ਦੇ ਦਿਨ ਕੱਤਕ ਬਦੀ ਦੂਜ 1591 ਬਿਕਰਮੀ ਸੰਮਤ 1534 ਈਸਵੀ ਨੂੰ ਭਾਈ ਹਰਦਾਸ ਜੀਆਂ ਦੇ ਘਰੇ ਇੱਕ ਬੱਚਾ ਜਨਮਿਆ, ਜਿਹੜਾ ਸਭ ਤੋਂ ਪਹਿਲਾ ਬੱਚਾ ਸੀ। ਉਹਦਾ ਨਾਮ ਸੀ, ਸਾਧ ਸੰਗਤ ਜੀਓ, ਪਹਿਲਾ ਬੱਚਾ ਸਾਧ ਸੰਗਤ ਜੀਓ ਘਰੇ ਜਨਮ ਲੈਣ ਕਰਕੇ ਉਹਦਾ ਨਾਮ ਰੱਖਿਆ ਭਾਈ ਜੇਠਾ ਜੀ। ਅੱਜ ਭਾਈ ਜੇਠਾ ਜੀਆਂ ਦਾ ਜਨਮ ਹੋਇਆ ਸਾਧ ਸੰਗਤ ਜੀਓ, ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਆਪ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕਰਦੇ ਨੇ। ਭੱਟਾਂ ਨੇ ਆਪਣੀ ਬਾਣੀ ਦੇ ਵਿੱਚ ਅੰਕਿਤ ਕੀਤਾ, ਜਗ ਔਰ ਨਾ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨ ਕੇ ਦੁਖ ਕੋਟਿ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਤੇ ਸਤਿਗੁਰੂ ਮਹਾਰਾਜ ਨੇ ਪਤਾ ਨਹੀਂ ਸਾਧ ਸੰਗਤ ਕਿਸੇ ਦੇ ਘਰੇ ਬੱਚਾ ਜੰਮਦਾ, ਉਹਨੇ ਕਿੱਡੀ ਕੁ ਮਹਾਨ ਸ਼ਖਸੀਅਤ ਦੁਨੀਆ ਦੀ ਬਣਨਾ ਹੈ। ਤਾਂ ਹੀ ਭੱਟਾਂ ਨੇ ਆਖਿਆ ਨਾ, ਅਵਤਾਰ ਬਣਾਇਓ ਜਗ ਤਾਰ, ਅਵਤਾਰ ਬਣਾਇਓ ਜਗ ਤਾਰ ਜੀ, ਅਵਤਾਰ ਅਵਤਾਰ ਜੀ, ਅਵਤਾਰ ਜਗ ਤਾਰਨ ਕੋ ਅਵਤਾਰ ਬਣਾ, ਜਗ ਤਾਰਨ ਕੋ ਅਵਤਾਰ ਬਣਾਇਓ ਜਗ, ਜਗ ਜਗ ਤਾਰ ਅਵਤਾਰ, ਜਗ ਤਾਰ ਅਵਤਾਰ ਬਣਾਇਓ ਜਗ ਤਾਰ ਜੀ, ਅਵਤਾਰ ਬਣਾਇਓ ਜਗ ਤਾਰ। ਅਵਤਾਰ
जब लो नहीं भाग ललार उदे, तब लो भ्रमते फिरते बहुत आए। कल घोर समुद्र हैं बूढ़ते, कब हूँ मिट है नहीं रे पछतायो। तत् विचार जह मथुरा, जग ताਰਨ को अवतार बनायो। धन गुरु नानक देव महाराज ਦੇ ਗ੍ਰਹਿ ਵਿਖੇ ਆਉਣਾ। ਇਹਨਾਂ ਨੇ ਭਾਈ ਜੇਠਾ ਜੀਆਂ ਦਾ ਜਨਮ ਬਾਬਾ ਸੋਢੀ ਹਰਦਾਸ ਜੀ ਦੇ ਘਰੇ ਚੂਨਾ ਮੰਡੀ ਲਾਹੌਰ। ਉਹਨੂੰ ਚੂਨਾ ਮੰਡੀ ਕਿਉਂ ਕਹਿੰਦੇ ਆ? ਚੂਨਾ ਕਹਿੰਦੇ ਨੇ ਕਣੀਆਂ ਨੂੰ, ਕਣੀ ਕਹਿੰਦੇ ਨੇ ਜਿਹੜੇ ਹੀਰਿਆਂ ਦੇ ਟੁਕੜੇ, ਜਦੋਂ ਹੀਰਿਆਂ ਨੂੰ ਤਰਾਸ਼ ਕੇ ਜਿਹੜੇ, ਉਹਨੂੰ ਚੂਨਾ ਕਹਿੰਦੇ ਨੇ, ਕਣੀਆਂ ਕਹਿੰਦੇ ਨੇ, ਹੀਰਿਆਂ ਦੀਆਂ ਕਣੀਆਂ। ਚੂਨਾ ਮੰਡੀ ਲਾਹੌਰ ਅਵਤਾਰ ਹੋਇਆ ਅੱਜ ਦੇ ਦਿਨ ਕੱਤਕਵਦੀ ਦੂਜ ਅਤੇ 1591 ਬਿਕਰਮੀ ਸੰਮਤ 1534 ਈਸਵੀ ਨੂੰ ਅਵਤਾਰ ਹੋਇਆ। ਇਹਨਾਂ ਤੋਂ ਛੋਟੇ ਭਰਾ ਜਨਮੇ, ਉਹਨਾਂ ਦਾ ਨਾਮ ਭਾਈ ਹਰਦਿਆਲ ਜੀ ਰੱਖਿਆ। ਇੱਕ ਸਾਰਿਆਂ ਤੋਂ ਛੋਟੀ ਭੈਣ ਸੀ, ਉਹਦਾ ਨਾਮ ਰਮਦਾਸੀ ਰੱਖਿਆ, ਰਮਦਾਸੀ। 3 ਸਨ ਸੋਢੀ ਹਰਦਾਸ ਜੀਆਂ ਦੇ ਬੱਚੇ। ਸਮਾਂ ਬਦਲਦਾ ਜਾਂਦਾ ਹੁੰਦਾ ਹੈ। ਮਨੁੱਖ ਦੇ ਉੱਤੇ ਸਦਾ ਇੱਕੋ ਦਿਨ ਨਹੀਂ ਰਹਿੰਦੇ, ਨਾ ਦੁੱਖ ਦੇ ਰਹਿਣ ਨਾ ਸੁੱਖ ਦੇ ਰਹਿਣ। ਸਮਾਂ ਐਸਾ ਬਦਲਿਆ। ਪਹਿਲਾਂ ਸਾਧ ਸੰਗਤ ਜੀ ਛੋਟੇ ਹੁੰਦਿਆਂ, ਅਜੇ 5-6 ਸਾਲ ਦੀ ਉਮਰ ਹੈ, ਪਿਤਾ ਚੜ੍ਹਾਈ ਕਰ ਗਿਆ ਆਪਣਾ, ਮਾਤਾ ਚੜ੍ਹਾਈ ਕਰ ਗਈ। ਮਾਤਾ ਤੋਂ 2 ਸਾਲ ਬਾਅਦ ਪਿਤਾ ਚੜ੍ਹਾਈ ਕਰ ਗਿਆ। ਦੋਨੇ ਬੱਚੇ ਤਿੰਨੇ ਬੱਚੇ, ਤਿੰਨੇ ਭੈਣ ਭਰਾ, ਵੱਡੇ ਭਾਈ ਜੇਠਾ ਜੀ ਸਨ, ਅਪਹਾਜ ਹੋ ਗਏ। ਹੁਣ ਜਦੋਂ ਕੋਈ ਘਰ ਉੱਜੜਦਾ ਹੋਵੇ ਨਾ, ਜਿਹੜਾ ਸਰੀਕਾ ਕਬੀਲਾ ਹੁੰਦਾ ਹੈ, ਉਦੋਂ ਇਹ ਸਰੀਕਾ ਕਬੀਲਾ ਕਹਿੰਦਾ ਹੁਣ ਇਹਨਾਂ ਦਾ ਜ਼ਮੀਨ ਵੀ ਖਰੀਦ ਲਈਏ, ਘਰ ਵੀ ਖਰੀਦ ਲਈਏ, ਮੋਟਰਾਂ ਗੱਡੀਆਂ ਵੀ ਖਰੀਦ ਲਈਏ, ਹੋਰ ਵੀ ਜਿਹੜਾ ਸਮਾਨ ਹੈ ਇਹਨਾਂ ਨੂੰ ਹੁਣ ਐਨ ਕੰਗਾਲ ਬਣਾ ਕੇ ਘਰੋਂ ਤੋਰ ਦਈਏ। ਬੁਰੀ ਸੋਚ ਹੈ ਜਗਤ ਦੀ। ਕਦੀ ਵੀ ਸੰਸਾਰ ਦੇ ਵਿੱਚ ਸੱਜਣੋ ਕਿਸੇ ਨੂੰ ਉੱਚਾ ਚੁੱਕਣਾ ਸਿੱਖੋ, ਕਿਸੇ ਨੂੰ ਨੀਵਾਂ ਨਾ ਡੇਗਣਾ ਸਿੱਖੋ। ਕਿਸੇ ਦੇ ਉੱਤੇ ਕੋਈ ਮਾੜਾ ਸਮਾਂ ਆ ਗਿਆ, ਉਹਦੇ ਸਮੇਂ ਨੂੰ ਚੰਗਾ ਲੰਘਾਉਣ ਦੀ ਕੋਸ਼ਿਸ਼ ਕਰੋ। ਇਹ ਸਮਾਂ ਕਿਤੇ ਤੇਰੇ ਤੇ ਵੀ ਮਾੜਾ ਆ ਸਕਦਾ। ਨਾਨੀ ਆਈ ਬਾਸਰ ਕੇ ਗਿੱਲਾਂ ਪਿੰਡ ਦੇ ਵਿੱਚੋਂ। ਭਾਈ ਜੇਠਾ ਜੀ ਦੇ ਨਾਨਕੇ ਬਾਸਰ ਕੇ ਗਿੱਲਾਂ ਪਿੰਡ ਸੀ, ਜਿਹੜਾ ਗੁਰੂ ਅਮਰਦਾਸ ਮਹਾਰਾਜ ਦਾ ਜਨਮ ਨਗਰ ਹੈ। ਇੱਥੋਂ ਨਾਨੀ ਜਦੋਂ ਗਈ, ਵਿਚਾਰੇ ਕਦੀ ਕਿਸੇ ਦੇ ਘਰੇ ਟੁਕੜੇ ਖਾਂਦੇ ਆ, ਕਦੀ ਕਿਸੇ ਦੇ ਘਰੇ। ਜਿਨ੍ਹਾਂ ਬੱਚਿਆਂ ਦਾ ਮਾਤਾ ਪਿਤਾ ਦਾ ਛਾਇਆ ਸਿਰ ਤੋਂ ਚੱਲ ਜਾਵੇ ਨਾ, ਉਹ ਬੱਚੇ ਅਪਹਾਜ ਤੇ ਯਤੀਮ ਹੋ ਜਾਂਦੇ ਨੇ। ਸਾਧ ਸੰਗਤ ਜੀ, ਜਦੋਂ ਮਾਂ ਪਿਓ ਦਾ ਛਾਇਆ ਚੱਲ ਜੇ ਨਾ, ਮਾਂ ਦਾ ਪਿਓ ਦਾ ਬੱਚਿਆਂ ਦੇ ਸਿਰ ਤੋਂ, ਪਤਾ ਨਹੀਂ ਕਿਵੇਂ ਸਾਧ ਸੰਗਤ ਜੀ ਉਹ ਟੁਕੜੇ ਖਾਂਦੇ ਨੇ, ਕਿਵੇਂ ਢਿੱਡ ਭਰਦੇ ਨੇ, ਕਿਵੇਂ ਸਮਾਂ ਪਾਸ ਕਰਦੇ ਨੇ। ਨਾਨੀ ਤਿੰਨਾਂ ਹੀ ਬੱਚਿਆਂ ਨੂੰ ਆਪਣੇ ਕੋਲ ਲੈ ਗਈ। ਅੱਗੋਂ ਸਾਧ ਸੰਗਤ ਨਾਨੀ ਵੀ ਇਕੱਲੀ ਬੁੱਢੀ ਹੈ ਪਰਿਵਾਰ ਦੇ ਵਿੱਚ। ਭਾਈ ਜੇਠਾ ਜੀ ਨੂੰ ਕਹਿਣ ਲੱਗੇ ਤੂੰ ਹੁਣ ਕੰਮ ਕਰਿਆ ਕਰ ਕੋਈ, 10-11 ਸਾਲ ਦਾ ਹੋ ਗਿਆ, ਇੱਕ ਛਾਬੜੀ ਦੇ ਵਿੱਚ, ਚੰਗੇਰ ਦੇ ਵਿੱਚ ਘੁੰਗਣੀਆਂ ਬਣਾ ਕੇ ਦੇ ਦਿਆ ਕਰੇ, ਘੁੰਗਣੀਆਂ ਵੇਚਿਆ ਕਰੇ, ਉੱਚੀ ਉੱਚੀ ਆਵਾਜ਼ ਮਾਰ ਕੇ। ਸਾਧ ਸੰਗਤ ਜੀਓ, ਭਾਈ ਜੇਠਾ ਜੀ ਘੁੰਗਣੀਆਂ, ਮਾਝੇ ਦੇ ਵਿੱਚ ਘੁੰਗਣੀਆਂ ਕਹਿੰਦੇ ਨੇ, ਅਸੀਂ ਬੱਕਲੀਆਂ ਕਹਿ ਦਿੰਦੇ ਹਾਂ। ਛੋਲਿਆਂ ਦੀਆਂ ਬੱਕਲੀਆਂ ਵਾਲ ਕੇ, ਮਸਾਲੇ ਮਸੂਲੇ ਲਾ ਕੇ ਉਹ ਵੇਚਣੀਆਂ ਹੁੰਦੀਆਂ। ਇੱਕ ਦਿਨ ਕੋਈ 2-3 ਜਾਂ 4 ਸਾਧੂ ਮਿਲੇ, ਸਾਧੂਆਂ ਦਾ ਟੋਲਾ ਮਿਲਿਆ। ਉਹ ਕਹਿੰਦੇ ਭੁੱਖ ਲੱਗੀ ਹੈ ਬੇਟਾ, ਇੰਨਿਆਂ ਕੁ ਨਾਲ ਤਾਂ ਸਾਨੂੰ ਸਰਨਾ ਨਹੀਂ ਹੈ, ਪੈਸੇ ਸਾਡੇ ਕੋਲੇ ਹੈ ਨਹੀਂ। ਸਾਰੀ ਦੀ ਸਾਰੀ ਚੰਗੇਰ ਅੱਜ ਛਾਬੜੀ ਸੀ, ਉਹ ਸਾਧੂਆਂ ਦੀ ਝੋਲੀ ਵਿੱਚ ਢੇਰੀ ਕਰ ਦਿੱਤੀ ਹੈ। ਦੇਖੋ ਦਇਆ, ਜਿਸ ਬੱਚੇ ਨੇ ਉੱਭਰਨਾ ਹੋਵੇ ਨਾ ਸਮਾਜ ਦੇ ਵਿੱਚੋਂ, ਉਹ ਚੰਗੇ ਕੰਮ ਕਰਦਾ। ਬੱਚਾ ਚੰਗੀ ਸੰਗਤ ਕਰਦਾ, ਫੇਰ ਸਮਾਜ ਦੇ ਵਿੱਚ ਤਰੱਕੀ ਕਰਦਾ ਉਹ। ਸਾਧ ਸੰਗਤ ਜੀ, ਤੇ ਕੀ ਹੋਇਆ, ਅੱਜ ਘਰੇ ਆ ਗਏ। ਨਾਨੀ ਕਹਿੰਦੀ ਬੇਟਾ ਕਿੰਨੇ ਕੁ ਪੈਸੇ ਵੱਟ ਕੇ ਲੈ ਕੇ ਆਏ ਆ? ਕਹਿਣ ਲੱਗੇ ਨਾਨੀ ਜੀ ਅੱਜ ਤੱਕ ਕੋਈ ਸਾਧੂ ਮਿਲ ਗਏ ਸੀ, ਕਿਉਂਕਿ ਮੈਂ ਸੁਣਿਆ ਸਤਸੰਗ ਦੇ ਵਿੱਚ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਕਹਿੰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ। ਮਹਾਤਮਾ ਦੀ ਸੇਵਾ, ਬੰਦਗੀ ਕਰਨ ਵਾਲਿਆਂ ਦੀ, ਗਰੀਬ ਗੁਰਬਿਆਂ ਦੀ, ਸੰਗਤਾਂ ਦੀ, ਗੁਰੂ ਘਰ ਦੀ ਸੇਵਾ ਬੜੀ ਚੰਗੀ ਹੈ। ਤੇ ਅੱਜ ਮੈਂ ਇਹ ਸੇਵਾ ਸਮਝ ਕੇ ਸਾਰਾ ਕੁਝ ਕਰਿਆ। ਬੇਟਾ ਫਿਰ ਤੂੰ ਐਦਾਂ ਪੈਸੇ ਨਹੀਂ ਕਮਾਉਂਦਾ ਤੇ ਗਰੀਬੀ ਅੱਤ ਦੀ ਹੈ, ਰੋਟੀ ਕਿੱਥੋਂ ਖਾਏਂਗਾ? ਇਉਂ ਕਰਦਿਆਂ
हर रोज़ ਜਿਹੜੀਆਂ ਸੰਗਤਾਂ ਨੇ ਇਹ ਬਾਸਰ ਕੇ ਪਿੰਡ ਤੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਤੀਜੇ ਪਾਤਸ਼ਾਹ ਜੋਤ ਜਗਾ ਰਹੇ ਨੇ। ਬੌਲੀ ਸਾਹਿਬ ਦੀ ਸੇਵਾ ਚੱਲਦੀ ਹੈ। ਬੌਲੀ ਸਾਹਿਬ ਦੀ ਸੇਵਾ ਚੱਲਦੀ ਹੈ। ਸਾਧ ਸੰਗਤ ਜੀਓ, ਜਦੋਂ ਸੰਗਤਾਂ ਜਾਂਦੀਆਂ ਨੇ ਨਾ, ਇਹ ਛਾਬੜੀ ਲਾ ਕੇ ਵੇਚਦਾ, ਜਾਂਦੀਆਂ ਜਾਂਦੀਆਂ ਸੰਗਤਾਂ ਨੂੰ ਵੇਖਦਾ ਵੀ ਕਿੱਧਰ ਜਾਂਦੀਆਂ ਨੇ, ਘੁੰਗਣੀਆਂ ਵੇਚੀ ਜਾਂਦਾ। ਜਦੋਂ ਵੇਖਦਾ ਵੀ ਕਿੱਧਰ ਨੂੰ ਜਾਂਦੀਆਂ ਨੇ ਸੰਗਤਾਂ, ਤਾਂ ਕੋਈ ਪੁੱਛਦੇ ਆ, ਦੱਸਦੇ ਆ ਸਾਧ ਸੰਗਤ ਜੀਓ। ਪੁੱਛੇ ਤੋਂ ਦੱਸਿਆ ਕਿਸੇ ਨੇ, ਕਹਿੰਦੇ ਗੋਇੰਦਵਾਲ ਸਾਹਿਬ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਤਾਂ ਸਾਧ ਸੰਗਤ ਜੀਓ, ਸੰਗਤਾਂ ਉਹਨਾਂ ਦਾ ਜਸ ਕਰਦੀਆਂ ਜਾਂਦੀਆਂ ਨੇ। ਜਿਹੜਾ ਉਹਨਾਂ ਦੇ ਦਰ 'ਤੇ ਜਾਂਦਾ ਉਹ ਖਾਲੀ ਗਿਆਨ ਦੀਆਂ ਝੋਲੀਆਂ ਭਰ ਕੇ ਤੋਰਦੇ ਨੇ। ਗਰੀਬਾਂ ਦੀ ਗਰੀਬੀ ਦੂਰ ਕਰਦੇ ਨੇ। ਉਹ ਸਾਧ ਸੰਗਤ ਰੋਗੀਆਂ ਦੇ ਰੋਗ ਦੂਰ ਕਰਦੇ ਨੇ। ਉਹ ਭੁੱਖਿਆਂ ਦੇ ਢਿੱਡ ਭਰਦੇ ਨੇ। ਉਹ ਸਾਰੀਆਂ ਇੱਛਾ ਪੂਰੀਆਂ ਕਰਦੇ ਨੇ। ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਕਿਰਪਾਲੂ ਦਾਤਾ ਕਿ ਉਹਨਾਂ ਦੀਆਂ ਇੱਛਾ ਪੂਰੀਆਂ ਕਰਦੇ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜੰਗ ਕੇ ਵਸ ਹੈ ਕਾਮ ਧੇਨਾ। ਸਤਿਗੁਰੂ ਪਾਤਸ਼ਾਹ ਕਿਰਪਾਲੂ ਦਾਤਾ ਇਉਂ ਗਾਉਂਦੀਆਂ ਜਾਂਦੀਆਂ ਸੰਗਤਾਂ। ਤੇਰੀ ਉਪਮਾ ਤੋਹੇ ਬਨ ਆਵੈ, ਭੱਲੇ ਅਮਰਦਾਸ ਗੁਣ ਤੇਰੇ। ਉਪਮਾ ਤੋਹੇ ਬਨ ਆਵੈ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਜੀ, ਤੇਰੀ ਉਪਮਾ तेरी उपमा तोहे बन, भले अमरदास तेरी उपमा। तेरी उपमा तोहे बन, भले अमरदास उपमा तोहे बन आवे, भले गुण तेरे। तेरी उपमा तेरी उपमा तोहे बन, भले अमरदास गुण तेरे। अमरदास गुण तेरे, भले अमरदास गुण तेरे। भले अमरदास जी, भले अमरदास गुण, भले अमरदास। हाँ भले अमर तेरी उपमा तोहे बन आवे, भले अमरदास। उपमा तोहे बन आवे, भले अमरदास तेरे। वाहिगुरू उपमा तेरी उपमा कान हर मूल कुसुम कंठ जनन, रब सत किरण उदर सागर को। कंग चरण रुद्र ध्यान ज्ञान, सतगुर सब जन फल। भले अमरदास गुण तेरे, तेरी उपमा तोहे बन आवे। ਇਉਂ ਸੰਗਤ ਬਾਸਰ ਕੇ ਪਿੰਡ ਤੋਂ ਨਿਕਲੇ ਤਾਂ ਹੋਰ ਵੀ ਅਨੇਕਾਂ ਥਾਵਾਂ ਤੋਂ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਨਾ
ਸ਼ਬਦ ਪੜ੍ਹਦੀ ਜਾਂਦੀ ਹੈ। ਜਿੱਦੇ ਭਾਈ ਜੇਠਾ ਜੀ ਨੇ ਸੁਣਿਆ, ਆਪਣੀ ਨਾਨੀ ਜੀ ਨੂੰ ਕਹਿਣ ਲੱਗੇ ਉੱਥੇ ਇਕੱਠ ਬੜਾ ਹੁੰਦਾ ਹੈ, ਜੇ ਮੈਂ ਘੁੰਗਣੀਆਂ ਦੀ ਛਾਬੜੀ ਉੱਥੇ ਲੈ ਜਾ ਕਰਾਂ। ਹਾਂ ਕਹਿੰਦੀ ਬੇਟਾ ਲੈ ਜਾ ਕਰੋ, ਉੱਥੇ ਵਿਕ ਜਾ ਕਰੂ ਛੇਤੀ, ਬਹੁਤ ਸੰਗਤ ਆਉਂਦੀ ਹੈ। ਗੋਇੰਦਵਾਲ ਸਾਹਿਬ ਛਾਬੜੀ ਲੈ ਕੇ ਜਾਣ ਲੱਗੇ ਹਰ ਰੋਜ਼। ਹੁਣ ਛਾਬੜੀ ਲੈ ਜਾ ਕੇ ਜਾਂਦਿਆਂ ਜਦੋਂ ਕੀਰਤਨ ਕਥਾ ਦੀ ਸਮਾਪਤੀ ਹੋ ਜਾਂਦੀ ਹੈ, ਲੋਕ ਆਪਣੇ ਆਪਣੇ ਘਰਾਂ ਨੂੰ ਜਾਂਦੇ ਨੇ ਨਾ। ਹੁਣ ਦੇਖੋ ਮਾਤਾ ਪਿਤਾ ਮਰੇ ਹੋਏ ਨੇ, ਘਰ-ਬਾਰ ਉੱਜੜ ਗਿਆ, ਨਾਨਕੇ ਘਰ ਨਾਨੀ ਦਾ ਸਹਾਰਾ ਲੈ ਕੇ ਸਾਧ ਸੰਗਤ ਜੀ ਘੁੰਗਣੀਆਂ ਵੇਚਦੇ ਫਿਰਦੇ ਨੇ। ਕਹਿੰਦੇ ਜਦੋਂ ਭਾਈ ਜੇਠਾ ਜੀ, ਜਿਨ੍ਹਾਂ ਦਾ ਅੱਜ ਅਵਤਾਰ ਦਿਹਾੜਾ, ਜਦੋਂ ਭਾਈ ਜੇਠਾ ਜੀ ਛਾਬੜੀ ਧਰ ਕੇ ਨਾ ਸਾਧ ਸੰਗਤ ਜੀਓ ਉੱਚੀ ਉੱਚੀ ਬੋਲਦੇ ਨੇ ਨਾ, ਕੋਈ ਘੁੰਗਣੀਆਂ ਲੈ ਲਓ, ਘੁੰਗਣੀਆਂ ਲੈ ਲਓ, ਘੁੰਗਣੀਆਂ ਲੈ ਲਓ। ਉਹਨਾਂ ਦੀ ਆਵਾਜ਼ ਖਿੱਚਦੀ ਹੈ ਸਾਧ ਸੰਗਤ ਜੀਓ, ਖਿੱਚਦੀ ਹੈ ਉਹਨਾਂ ਦੀ ਆਵਾਜ਼। ਕਿਉਂ? ਜਿਹੜੀ ਸ਼ਖਸੀਅਤ ਨੇ ਉੱਭਰਨਾ ਹੋਵੇ ਜਗਤ ਦੇ ਵਿੱਚ, ਕੋਈ ਨਾਮਵਰ ਬਣਨਾ ਹੋਵੇ ਨਾ, ਉਹਦੇ ਅੰਦਰੋਂ ਹਿਰਦੇ 'ਚੋਂ ਆਵਾਜ਼ ਆਉਂਦੀ ਆ, ਉਹਦੇ ਹਿਰਦੇ 'ਚੋਂ ਪ੍ਰੇਮ ਦੀ ਆਵਾਜ਼ ਆਉਂਦੀ ਆ। ਫਿਰ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ, ਮੋਰਾ ਹੋ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਮਿੱਠ ਬੋਲੜਾ ਸਾਧ ਸੰਗਤ ਜੀਓ ਤਨ ਤਨ ਭਾਈ ਜੇਠਾ ਜੀ ਦੇ ਮੂੰਹੋਂ ਜਦੋਂ ਨਿਕਲਦੇ ਆ। ਹੁਣ ਕਿਸੇ ਨੂੰ ਕੀ ਪਤਾ ਸੀ ਵੀ ਇਹਨੇ ਤਖਤਾਂ ਦਾ ਬਾਦਸ਼ਾਹ ਬਣਨਾ, ਦੁਨੀਆ ਦਾ ਰਾਜਾ ਬਣਨਾ, ਇਹਦੇ ਸਿਰ 'ਤੇ ਛਤਰ ਝੁੱਲਣੇ ਨੇ। ਕਿਸੇ ਨੂੰ ਕੀ ਪਤਾ ਸੀ ਸਾਧ ਸੰਗਤ ਜੀਓ। ਔਰ ਜਿਹੜੇ ਪਰਖ ਕਰਨ ਵਾਲੇ ਨੇ, ਬ੍ਰਹਮ ਗਿਆਨੀ ਤਤਵੇਤੇ ਮਹਾਂਪੁਰਖ, ਉਹ ਪਰਖ ਕਰਨ ਵਾਲੇ, ਬੰਦਗੀ ਕਰਨ ਵਾਲਿਆਂ ਦੀ ਜਿਹੜੀਆਂ ਚੰਗੀਆਂ ਰੂਹਾਂ ਨੇ ਉਹਨਾਂ ਦੀ ਪਰਖ ਕਰ ਲੈਂਦੇ ਨੇ। ਉਹ ਸਾਧ ਸੰਗਤ ਕਿਸੇ ਨੂੰ ਨਹੀਂ ਪਤਾ ਵੀ ਕੌਣ ਹੈ। ਹੋਕਾ ਦਿੰਦਾ ਉੱਚੀ ਆਵਾਜ਼, ਘੁੰਗਣੀਆਂ ਲੈ ਲਓ। ਕੋਈ ਫਿਰੇ ਵੇਚਦਾ ਘੁੰਗਣੀਆਂ, ਕੀ ਪਤਾ ਹੈ ਵੀ ਉਹਨੇ ਤਖਤਾਂ ਦਾ ਰਾਜਾ ਬਣ ਜਾਣਾ। ਪਰ ਅੱਜ ਤਾਂ ਮੰਗਤਿਆਂ ਵਾਲੀ ਹਾਲਤ ਹੈ ਨਾ। ਪਰਮਾਤਮਾ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ। ਉੱਪਰ ਸਾਧ ਸੰਗਤ ਜੀ ਆਕਾਸ਼ ਤੇ ਚੜ੍ਹਿਆਂ ਨੂੰ ਥੱਲੇ ਸੁੱਟ ਦਿੰਦਾ ਹੈ, ਤੇ ਧਰਤੀ ਤੇ ਡਿੱਗਿਆਂ ਨੂੰ ਉੱਪਰ ਚੁੱਕ ਦਿੰਦਾ ਹੈ। ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ। ਉਹ ਸਾਧ ਸੰਗਤ ਜੋ ਭਿਖਾਰੀਆਂ ਤੋਂ ਰਾਜ ਕਰਾ ਦਿੰਦਾ ਤੇ ਰਾਜਿਆਂ ਤੋਂ ਭਿਖਾਰੀ ਬਣਾ ਦਿੰਦਾ। ਉਹ ਵਾਹਿਗੁਰੂ ਦੇ ਹੱਥ ਨੇ, ਕਦੇ ਮਾਣ ਨਾ ਕਰੀਏ। ਜਦੋਂ ਉੱਚੀ ਆਵਾਜ਼ ਦੇ ਕੇ ਭਾਈ ਜੇਠਾ ਜੀ ਕਹਿੰਦੇ ਨੇ ਨਾ ਗੋਇੰਦਵਾਲ ਸਾਹਿਬ, ਕੋਈ ਫਿਰੇ ਵੇਚਦਾ ਘੁੰਗਣੀਆਂ, ਕੋਈ ਫਿਰੇ ਵੇਚਦਾ ਘੁੰਗਣੀਆਂ, ਫਿਰੇ ਵੇਚਦਾ ਘੁੰਗਣੀਆਂ, ਕੋਈ ਫਿਰੇ ਵੇਚਦਾ, ਕੋਈ ਫਿਰੇ ਵੇਚਦਾ ਘੁੰਗਣੀਆਂ, ਫਿਰੇ ਵੇਚਦਾ ਘੁੰਗਣੀਆਂ, ਕੋਈ ਪਰ ਹੈ ਤਖਤਾਂ ਦਾ ਰਾਜਾ ਜੀ, ਕੋਈ ਹੈ ਤਖਤਾਂ ਦਾ ਰਾਜਾ। ਬਾਜ਼ਾਰਾਂ ਦੇ ਵਿੱਚ ਨਾ ਕੋਈ ਘੁੰਗਣੀਆਂ ਲੈ ਲਓ,
ਮੁੱਠੀ ਮੁੱਠੀ ਘੁੰਗਣੀਆਂ ਦੀ ਵੇਚ ਕੇ ਤੇ ਪੈਸੇ ਵਟੂਗਾ ਟਕਾ ਟਕਾ। ਪਰ ਕੀ ਪਤਾ ਸੀ ਇੱਕ ਦਿਨ ਕਿਤੇ ਕੁਦਰਤੀ ਪੂਰਬਲਾ ਕਰਮ ਜਾਗਿਆ। ਕਿਉਂਕਿ ਜਦੋਂ ਬੰਦੇ ਦਾ ਪੂਰਬਲਾ ਕਰਮ ਜਾਗਦਾ ਨਾ, ਉਦੋਂ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ, ਜਦੋਂ ਚੰਗੇ ਭਾਗ ਹੁੰਦੇ ਹੈ ਉਦੋਂ ਚੰਗੇ ਲੋਕਾਂ ਨਾਲ ਮਿਲਾਪ ਹੋਊਗਾ, ਗੁਰੂ ਨਾਲ ਮਿਲਾਪ ਹੋਊ, ਮਹਾਂਪੁਰਖਾਂ ਨਾਲ, ਸਤਸੰਗ ਦੇ ਨਾਲ। ਜਦੋਂ ਮਾੜਾ ਕਰਮ ਹੋਊ ਉਦੋਂ ਬੰਦਾ ਗੁਰੂ ਤੋਂ ਵੀ ਸਤਸੰਗ ਤੋਂ ਵੀ ਉਦੋਂ ਲਾਂਭੇ ਹੁੰਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਬੜ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰਿਜੈ। ਜਦੋਂ ਪੂਰਬਲਾ ਕਰਮ ਜਾਗਦਾ ਨਾ, ਉਦੋਂ ਆਪਦੇ ਆਪ ਨੂੰ ਕਹਿੰਦਾ। ਗੁਰੂ ਅਮਰਦਾਸ ਮਹਾਰਾਜ ਨੇ ਇੱਕ ਦਿਨ ਫਿਰ ਛਾਬੜੀ ਤੋਂ ਵਿਹਲੇ ਹੋ ਕੇ ਸੇਵਾ ਕਰਨ ਲੱਗ ਜਾਂਦੇ ਹੁੰਦੇ ਆ। ਟੋਕਰੀਆਂ ਢੋਂਦੇ ਨੇ, ਬੌਲੀ ਸਾਹਿਬ ਦੀ ਸੇਵਾ ਚੱਲਦੀ ਆ, ਕਦੇ ਗੋਇੰਦਵਾਲ ਸਾਹਿਬ ਗਏ ਹੋਣਗੇ, ਸੇਵਾ ਚੱਲਦੀ ਹੈ ਬੌਲੀ ਸਾਹਿਬ ਦੀ। ਇੱਕ ਦਿਨ ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਆ ਕੇ ਬੇਟਾ ਉਰੇ ਆ, ਸਾਡੇ ਕੋਲ ਆ ਗਿਆ। ਕਹਿੰਦੇ ਕੀ ਕੰਮ ਕਰਦਾ ਹੁੰਦਾ? ਛਾਬੜੀ ਲੈ ਕੇ ਆਉਣਾ, ਬਾਸਰਕਿਆਂ ਤੋਂ ਨਾਨਕੇ ਘਰ ਰਹਿਣਾ। ਦਾਤਾ ਉਹ ਕਮਾ ਕੇ ਪੈਸੇ ਨਾਨੀ ਨੂੰ ਦੇ ਦਿੰਦਾ, ਘਰ ਜਾ ਕੇ ਗਰੀਬੀ ਅੱਤਦੀ ਹੈ, ਪਰ ਮੇਰਾ ਜੀ ਸੇਵਾ ਕਰਨ ਨੂੰ ਬਹੁਤ ਜੀ ਕਰਦਾ, ਬਹੁਤ ਜੀ ਕਰਦਾ। ਕਹਿੰਦੇ ਕਿਵੇਂ ਆਇਆ ਇੱਥੇ, ਕਿਵੇਂ ਆਇਆ ਤੂੰ? ਕਹਿਣ ਲੱਗਾ, ਸਰੀਰ ਦੁਨੀਆ ਦੀਆਂ ਇੱਛਾ ਛੱਡ ਕੇ, ਦੁਨੀਆ ਦੀਆਂ ਸਾਰੀਆਂ ਇੱਛਾ ਛੱਡ ਕੇ, ਸਰੀਰ ਦੀਆਂ ਖਾਚਾਂ ਛੱਡ ਕੇ ਫਿਰ ਤੇਰੇ ਦਰ ਦੇ ਉੱਤੇ ਆਇਆ। ਜਦੋਂ ਬੰਦਾ ਸਰੀਰ ਦੀਆਂ ਤੇ ਦੁਨੀਆ ਦੀਆਂ ਲੋੜਾਂ ਛੱਡ ਦੇਵੇ ਨਾ, ਉਦੋਂ ਅੰਦਰੋਂ ਮਨ ਦਾ ਟਿਕਾ ਹੁੰਦਾ। ਹੁਣ ਮਾਫ਼ ਕਰਨਾ, ਅੱਜ ਬੰਦਾ ਡਿਪਰੈਸ਼ਨ ਵਿੱਚ ਕਦੋਂ ਜਾਂਦਾ, ਟੈਨਸ਼ਨ ਵਿੱਚ ਕਦੋਂ ਜਾਂਦਾ? ਜਦੋਂ ਇਹ ਖਾਸ਼ਾਂ ਨੂੰ ਜੱਫੇ ਮਾਰਦਾ ਨਾ, ਖਾਸ਼ਾਂ ਨੂੰ, ਆਹ ਜਿਹੜਾ ਦਿਮਾਗ ਹੈ ਨਾ, ਜਿਹੜੀ ਸੋਚ ਹੈ ਨਾ, ਵਿਚਾਰ ਹੈ ਨਾ, ਇਹ ਅਨਕੰਟਰੋਲ ਹੋ ਜਾਂਦੀ ਹੈ। ਡਾਕਟਰਾਂ ਤੋਂ ਵੀ ਨਹੀਂ ਠੀਕ ਆਉਂਦੀ, ਇਹ ਠੀਕ ਨਹੀਂ ਆਉਂਦੀ। ਇਹ ਫਿਰ ਕਿਤੇ ਕੋਈ ਪੂਰਨ ਮਹਾਂਪੁਰਖ ਮਿਲੇ, ਗੁਰੂ ਮਿਲੇ, ਉਹ ਫਿਰ ਸਾਧ ਸੰਗਤ ਜੀ ਉਹ ਕਹਿੰਦਾ, ਓਏ ਮਨ ਤੇਰਾ ਇਉਂ ਇਕਾਗਰ ਹੋਊਗਾ, ਉਹਦੀ ਤਾਂ ਨਜ਼ਰੀ ਤਾਰ ਦਿੰਦੀ ਹੈ। ਤਾਂ ਫਿਰ ਹੁਣ ਆਪਣੇ ਆਪ ਨੂੰ ਭਾਈ ਜੇਠਾ ਜੀ ਪਤਾ ਕੀ ਕਹਿੰਦੇ ਨੇ, ਸਤਿਗੁਰ ਸਾਧੂ ਨੇ ਕਿਰਪਾ ਕਰਤੀ ਮੇਰੇ ਉੱਤੇ। ਵੱਡੇ ਭਾਗਨੀ ਜਿੰਦੜੀਏ ਤੇਰੇ ਸੰਗ ਹੋਇਆ ਸਤ ਗੁਰਾਂ ਦਾ, ਭਾਗਨੀ ਜਿੰਦੜੀਏ ਤੇਰੇ ਸੰਗ ਹੋਇਆ ਸਾਧੂਆਂ ਦਾ। ਵੱਡੇ ਭਾਗਨੀ ਜਿੰਦੜੀ ਸਾਧੂਆਂ ਦਾ, ਭਾਗਨੀ ਜਿੰਦੜੀ ਤੇਰੇ, ਜਿੰਦੜੀ ਤੇਰੇ ਸੰਗ ਹੋਇਆ ਸਾਧੂਆਂ ਦਾ, ਭਾਗਨੀ ਜਿੰਦੜੀ ਤੇਰੇ ਸੰਗ ਹੋਇਆ ਸਾਧੂਆਂ ਦਾ। ਵੱਡੇ ਭਾਗਨੀ ਵੱਡੇ ਭਾਗਨੀ ਜਿੰਦੜੀ ਸੰਗ ਹੋਇਆ, ਵੱਡੇ ਗਨੀ ਸੰਗ ਹੋਇਆ। ਬੜ ਭਾਗੀ ਹਰ ਸੰਗਤ ਭਾਵੈ, ਵੱਡੇ ਭਾਗ ਭੇਟੇ ਗੁਰਦੇਵਾ। ਕਹਿੰਦੇ ਸਰੀਰ ਦੀਆਂ ਖਾਸ਼ਾਂ ਤੇ ਸੰਸਾਰ ਦੀਆਂ ਇੱਛਾ ਸਭ ਛੱਡ ਕੇ ਤੇਰੇ ਦਰ ਤੇ ਆਇਆ। ਹੁਣ ਸਾਧ ਸੰਗਤ ਜੀਓ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ, ਤਤਪਰ ਰਹਿੰਦੇ ਨੇ ਹਰ ਵਕਤ। ਸਤਿਗੁਰੂ ਅਮਰਦਾਸ ਮਹਾਰਾਜ ਦੇ ਘਰ ਦੇ ਵਿੱਚ ਜਿਹੜੀ ਸੰਤਾਨ ਹੈ,
दो पुत्र ने ते दो पुत्रियां ने। बड़े का नाम बाबा मोहन जी, छोटियां का नाम बाबा मोहरी जी। बड़ी बेटी का नाम दानी ते छोटी का नाम भानी। दानी ते भानी ये दो गुरु अमरदास महाराज दियां लड़कियां सी। बड़ी जिहड़ी दानी सी वो बेदियां दे रामे नूं विआही हुई सी ते साध संग जिहड़ी छोटी भानी सी ये अजे कुआरी सी, विआही ना सी, पर रजा दी मूरत सी बीबी भानी। हर पिता जी का हुक्म मानती सी, हर पिता जी का। हुण अजकल भी लड़कियां ने मुआफ करना अपने माता पिता की कितनी बेइज्जती करा रखी है साध संग जी। किते बीबी भानी ਉਹਦਾ जीवन पढ़े होए, ਉਹਦੀ ਕਿਹੋ ਜਿਹਾ जीवन ਸੀਗਾ ਸਾਧ ਸੰਗ बीबी भानी ਦਾ। बीबी भानी ਨੂੰ ਕਦੇ ਤੁਸੀਂ ਰਜਾ ਦੀ ਮੂਰਤ ਕਹਿੰਦੇ ਨੇ ਉਹਨੂੰ। ਕਹਿਣ ਲੱਗੇ ਮਾਤਾ ਮਨਸਾ ਦੇਵੀ ਜੀ ਕਹਿਣ ਲੱਗੀ, ਕਹਿੰਦੀ ਵੀ बेटी जवान हो गई, कोई रिश्ता बर ਲੱਭ ਲਈਏ, बर ਲੱਭ ਲਈਏ। हाँ कोई वेख ਲੈਂਦੇ ਆ, तुसी वेखो कोई। बहुत थामी निगाह मारी, एक दिन किहो जिहा लटका होवे। गुरु अमरदास कहन लगे भाई जेठा जी टोकरी चुकी जाते, टोकरी चुकी जाते हैं ना जदों, कहती जिहड़ा आ लटका जाता ना, माता जी कहन लगे इहो जिहा लटका होवे, टोकरी सिट के आ बेटा इत्थे आ। कित्थों दे रहण वाला तूं? मैं जी सोढी बंस दा, लाहौर मेरा पिंड है, जमपल मैं लाहौर का नानके बासर के सी। सोढियां दी बंस विचों माता पिता चढ़ाई करके बस नानी ने पालिया, घुंगणियां बेच के गुजारा करदा। कहण लगे इहो जिहा लटका होवे तां साध संगत जीओ सतगुरु अमरदास महाराज कहंदे इहो जिहा तां इहो ही है, फिर इहो जिहा तां इहो ही है। कहते चंगा इउं करो, जे इसे नूं रिश्ता करना है दो गल्लां दा ख्याल रखियो। एक तो लड़की नूं कमा के खवाउण वाला होवे, दूजा खानदान चंगा होवे। चलो गरीबी अमीरी तो हर एक ते आउंदी है, जिहड़ा खानदान चंगा होवे ना उस खानदान दा कोई धी पुत वरे ते चंगा हुंदा है, खानदान दा। तां रिश्ता हो गया साध संगत जी। बीबी भानी का विआह भाई जेठा जी नाल होया, रजा की मूरत का। ते हुण सेवा दे विच रहिंदे ने दोनों। बीबी भानी भी एक बार जिक्र आउंदा है, कहंदे गुरु अमरदास महाराज का शरीर बुढ़ा हो गया, बुढ़ा होया शरीर, ते एक दिन उहदा चौंकी का पावा टुट गया। पावे दे हेठां बीबी भानी ने अपना पैर ला लिया। ऊँ तो आपां कोई टरोड़ी ठीकरी ला दिंदे ना हेठां, अपना पैर ला लिया। पैर दे विच दी साध संग जी तिखी लक्कड़ खुभ गई। तिखी लक्कड़ खुभी जदों देख लो बई वो खून चलन लग गया। बीबी भानी आ की खुश हो के वर दिता। कहन लगे बीबी भानी मंग की मंगदी है? कुछ नहीं लेना दाता। कहते फिर चंगा जे किरपालू दालू किरपा करदे हो तां किरपा करियो जिहड़ी गुरता गद्दी है घर दे विच ही रवे। महाराज सुभाव कहते बीबी भानी चलदे पानी नूं बन मारिया, ते चलदे पानी नूं बन मारना सुख भी मिलदा ते पर उहदा दुख भी बहुत मिलदा। फिर देख लो भी सोढियां च किन्नी लड़ाई रही है 10वें पातशाह तक, बाद विच भी। खैर एक दिन सेवा की परख करन लग गए। सेवा करी जाते ने, टोकरियां ढोई जाते ने। ये लाहौर तो संगत आई सोढियां दे परिवारां विचों आके भाई जेठा जी नूं कहन लगे, कहंदे तू सहुरियां दे घरे टोकरी ढोना चंगा लगदा है? क्योंकि जिहड़ा साडा समाज है ना, ये समाज साडा साध संगत जी रब नूं नहीं मनदा। ये कहंदे साडा नक उच्चा चाहीदा है। पर रब दी दुनिया दे विच, धर्म दी दुनिया विच, परमार्थक दी दुनिया विच कोई रिश्ता नहीं, कोई मान इज्जत नहीं, कोई कुछ नहीं। इको ही है साध संगत जीओ, इको ही है सतगुर की सेवा सफल है जे को करे चित लाए। इत्थे साह सेवा कीती सफल है जित सतगुर का मन मन्ने, जा सतगुर का मन मन्निया तां पाप कसमल भरने। सो इस करके साध संगत जी थड़ा बनाउण लाते। बड़ा जवाई भाई रामा
ਤੇ ਬੀਬੀ ਦਾਨੀ, इधरों साध संग भाई जेठा ते बीबी भानी थड़ा बनाउण लाते। 2 दिन 4 दिन थड़ा बनाया, महाराज कहदे करन थड़ा ठीक नहीं है, फिर ढा दिओ, ठीक नहीं है। 2 ਜਾਂ 4 दिन ਦੇ ਵਿੱਚ ਭਾਈ ਰਾਮਾ ਜੀ ਤੇ ਬੀਬੀ ਦਾਨੀ ਜੀ ਚਿੱਤ ਧੱਕ ਗਿਆ। ਤੁਸੀਂ ਬੁੱਢੇ ਹੋ ਗਏ, ਭੁੱਲ ਜਾਂਦੇ ਹੋ ਛੇਤੀ, ਕਿਉਂਕਿ ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਮਾਨਾ ਕੀ ਜਾਣੇ। ਉਹ ਕੀ ਜਾਣ ਸਕਦੇ ਨੇ ਸਾਧ ਸੰਗਤ ਜੀਓ, ਕੀ ਜਾਣਦੇ ਨੇ ਉਹ, ਬੇਸਮਝ ਜਮਾਨਾ ਹੈ। ਇਹਨੂੰ 7ਵਾਂ ਦਿਨ ਹੋ ਗਿਆ, 7ਵੇਂ ਦਿਨ ਫੇਰ ਥੜਾ ਢਹਾਤਾ। ਉਹ ਤਾਂ ਹਟ ਗਿਆ ਭਾਈ ਰਾਮਾ ਵੱਡਾ ਜਵਾਈ ਤਾਂ, ਕਿਉਂਕਿ ਥੋੜ੍ਹੀ ਜਿਹੀ ਕਸਵੱਟੀ ਲੱਗਦੀ ਹੈ ਨਾ, ਅਸੀਂ ਸੇਵਾ ਛੱਡ ਦਿੰਦੇ ਹਾਂ ਉਹਦੀ। ਅਸੀਂ ਸਾਧ ਸੰਗਤ ਜੀਓ ਭਾਂਡੇ ਮਾਂਜਣੇ, ਗੁਰਦੁਆਰੇ ਆਉਣਾ, ਮੱਥਾ ਟੇਕਣਾ, ਅਸੀਂ ਬਾਣੀ ਪੜ੍ਹਨੀ ਵੀ ਛੱਡ ਦਿੰਦੇ ਹਾਂ। ਸਾਡਾ ਕੰਮ ਤਾਂ ਹੋਇਆ ਨਹੀਂ ਜਦੋਂ ਗੁਰੂ ਕਸਵੱਟੀ ਲਾਉਂਦਾ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਿਆ ਨਾ ਕੋਏ। ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਇਹਦੇ ਦਰ 'ਤੇ ਤਾਂ ਬਸ਼ਰਮ ਹੋ ਕੇ ਡਿੱਗਣਾ ਪੈਂਦਾ, ਆਪਣਾ ਹੰਕਾਰ ਸਿੱਟ ਕੇ ਡਿੱਗਣਾ ਪੈਂਦਾ। ਹੋਂ ਭੁੱਲੀ ਹੋਂ ਚੁੱਕੀ ਸਾਈਆਂ, ਅਬ ਹਮ ਚੱਲੀ ਠਾਕੁਰ ਪਹਿਹਾਰ। ਲੋਗਨ ਕੀ ਚਤਰਾਈ ਉਪਮਾ ਦੇਹ ਬਸੰਤ ਰਜਾਰ। ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀਨੋ ਹੈ। ਜਿਹਨੇ ਗੁਰੂ ਦੀ ਸ਼ਰਨ ਵਿੱਚ ਆਉਣਾ, ਕੋਈ ਬੁਰਾ ਕਹੀ ਜਾਵੇ, ਕੋਈ ਭਲਾ ਕਹੀ ਜਾਵੇ, ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀਨੋ ਹੈ ਡਾਰ। ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇ ਮਾਰ। ਅਬ ਹਮ ਚੱਲੀ ਠਾਕੁਰ ਪਹਿ ਹਾਰ। ਹੁਣ ਗੁਰੂ ਦੀ ਖੁਸ਼ੀ ਲੈਣੀ ਆ। 7ਵਾਂ ਦਿਨ ਹੋ ਗਿਆ, 7ਵੇਂ ਦਿਨ ਫੇਰ ਥੜਾ ਢਾਤਾ। ਜਦੋਂ ਢਾ ਦਿੱਤਾ ਥੜਾ ਨਾ, ਗੁਰੂ ਸਾਹਿਬ ਨੇ ਕਹਿੰਦੇ ਠੀਕ ਨਹੀਂ ਹੈ। ਭਾਈ ਜੇਠਾ ਜੀ, ਬੀਬੀ ਭਾਨੀ ਜੀ, ਸਾਧ ਸੰਗਤ ਜੀ ਔਰ ਰਜਾ ਦੀ ਮੂਰਤ ਹੱਥ ਜੋੜ ਕੇ ਖੜ ਗਏ। ਮੇਰੇ ਪ੍ਰੀਤਮਾ, ਇਹਦੀ ਬੌਲੇ ਦੀ ਮੱਤ ਛੋਟੀ ਹੈ, ਤੁੱਛ ਬੁੱਧੀ ਹੈ। ਹੁਣ ਆਪਾਂ ਤਾਂ ਕਹਿੰਦੇ ਹਾਂ ਮਈ ਬਾਹਲਾ ਸਿਆਣਾ ਹੈ, ਆਪਾਂ ਤਾਂ ਆਪਣੀ ਸਿਆਣਪ ਨੂੰ ਮੂਹਰੇ ਰੱਖਦੇ ਹਾਂ। ਕਿਤੇ ਇਹ ਆਖਿਆ ਹੈ ਕਿ ਸਤਿਗੁਰੂ ਪਾਤਸ਼ਾਹ ਮੈਨੂੰ ਤੂੰ ਆਪਣੀ ਮੱਤ ਦੇ, ਸਾ ਮੱਤ ਦੇਹੋ ਦਇਆਲ ਪ੍ਰਭ ਜਿਤ ਤੁਮ ਹੈ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ। ਮਹਾਰਾਜ ਜੀ ਤੇਰੇ ਘਰ ਦੀ ਬੁੱਧੀ, ਤੇਰੇ ਘਰ ਦੀ ਮੱਤ ਦੇ, ਮੈਨੂੰ ਕਿਰਪਾ ਕਰ, ਮੇਰੇ ਤੇ ਬਖਸ਼ਿਸ਼ ਕਰ, ਮੱਤ ਦੇ। ਸਤਿਗੁਰੂ ਪਾਤਸ਼ਾਹ ਤੇਰੇ ਦਰ 'ਤੇ ਆਏ ਹਾਂ, ਅਸੀਂ ਤਾਂ ਉਹਦੀ ਗੁੱਸੇ ਹੋ ਜਾਂਦੇ ਹਾਂ, ਚੱਕ ਆਪਣਾ ਕਰ ਲੈ, ਮੇਰੇ ਤੋਂ ਨਹੀਂ ਕੰਮ ਹੋਣਾ ਇਹ। 7ਵੀਂ ਵਾਰ ਥੜਾ ਢਾ ਦਿੱਤਾ ਗੁਰੂ ਅਮਰਦਾਸ ਮਹਾਰਾਜ ਨੇ। ਫਿਰ ਵੀ ਹੱਥ ਜੋੜ ਕੇ ਕਹਿਣ ਲੱਗੇ, ਦਾਤਾ ਇਹ ਜੀਵ ਨੂੰ ਮੱਤ ਨਹੀਂ, ਤੁਸੀਂ ਕਿਰਪਾ ਕਰਕੇ ਆਪਣੀ ਮੱਤ ਦੇ ਕੇ ਆਪ ਸੇਵਾ ਕਰਾ ਲਓ। ਆਪ ਸੇਵਾ ਕਹਿਣ ਲੱਗੇ, ਆਪ ਕਿਰਪਾ ਕਰੋ, ਬਖਸ਼ਿਸ਼ ਕਰੋ। ਦਿਆਲੂ ਕਿਰਪਾਲੂ ਸਤਿਗੁਰਾਂ ਨੇ ਸਾਧ ਸੰਗਤ ਜੀ ਜਦੋਂ ਫਿਰ ਸੇਵਾ ਦੇ ਵਿੱਚ ਪੂਰੇ ਹੋਏ ਨਾ, ਕਿਉਂਕਿ ਜਦੋਂ ਕਸਵੱਟੀ ਲੱਗਦੀ ਉਦੋਂ ਕੋਈ ਪਾਸ ਹੁੰਦਾ, ਰੱਬ ਦੇ ਦਰ 'ਤੇ ਆ ਕੇ ਕੋਈ ਪਾਸ ਹੁੰਦਾ। ਇਹ ਸੇਵਾ ਔਖੀ ਹੈ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ। ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਔਖੀ ਹੈ ਸੇਵਾ ਭਾਈ ਗੁਰੂ ਦੇ ਦਰ ਦੀ, ਕਿਉਂਕਿ ਸੇਵਾ ਪਤਾ ਹਉਮੈ ਹੰਗਤਾ ਕਰਕੇ ਜਾਂ ਚੰਗੇ ਇਹ ਸਰੀਰ ਨੂੰ ਲਿਪ ਪੋਚ ਕੇ ਸੇਵਾ ਨਹੀਂ ਹੁੰਦੀ। ਪਤਾ ਸੇਵਾ ਕਿਵੇਂ ਹੁੰਦੀ ਹੈ? ਇਹਦੇ ਘਰ ਵਿੱਚ ਮਾਣ ਪਤਾ ਕਿਵੇਂ ਮਿਲਦਾ ਹੈ? ਆਪ ਗਵਾ ਕੇ ਸੇਵਾ ਕਰੀਏ। ਆਪਾਂ ਭਾਵ ਹਉਮੈ ਆਪਣੀ ਹੰਗਤਾ ਸੁੱਟ ਕੇ ਮੱਥਾ ਟੇਕਣ ਦਾ ਮਤਲਬ ਇਹੀ ਹੁੰਦਾ ਵੀ ਮੈਂ ਆਪਣਾ ਆਪ ਤੇਰੇ ਦਰ 'ਤੇ ਸੁੱਟਤਾ, ਮੇਰੇ ਪ੍ਰੀਤਮਾ ਮੇਰੇ ਤੇ ਕਿਰਪਾ ਕਰੀ। ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਣ ਪਾਈਦਾ। ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਣ ਪਾਈਦਾ। ਆਪ ਗਵਾ ਕੇ गवा के सेवा आप हमारा
आप गवाए सेवा करे तां किछ पाए मान। सेवा नूं देख के साध संगत जी जदों अंत दा समां आया ना, धन गुरु अमरदास महाराज ने फिर गुरता गद्दी किहनूं दित्ती? ना पुत्तां नूं। हुण देखो बाबा बुढ़ा साहिब वर्गे किड्डे किड्डे ब्रह्म ਗਿਆਨੀ सेवक, एक लाहौर तरीक पैंदी है, सिखां ने दावा किया गुरु घर ते। पहला तो गुरु घर दा खाई गए, फिर गुरु घर ते दावा करता। तो फिर देखो सतगुरु अमरदास महाराज ने सिख तां बड़े बड़े सी, फिर तरीक ते जांदे हुंदे सी। भाई जेठा जी लाहौर अकबर दे दरबार विच भाई जेठा जी जांदे, सियाणे सी, जा सज्जे पासे खड़ जी जाके नवाब दे 14 विद्या तेरे आले दुआले होणगियां। पातशाह ने वर दिते, इन्ना कुछ किया। आखिरकार साध संगत जी वो दिन समा आ गया जिस दिन गुरु अमरदास महाराज ने अपनी जोत चौथी थां ते जोत विच प्रवेश करनी सी। वो भाई जेठा जी अज साथ सतगुरु महाराज ने कृपा की, तख्त लवाया। तख्त लवा के साध संगत जी और नवे वस्त्र पवा के बाबा बुढ़ा साहब नूं किया गुरता गद्दी दा तिलक लाउणा है। ते गोइंदवाल साहब की धरती दे उत्ते जदों तिलक लाउंदे आ ना बाबा बुढ़ा साहब, धन गुरु अमरदास महाराज एक पैसा रख के, नरेल रख के, 4 परिक्रमा करके गुरता गद्दी दिंदे ने। ते भाई जेठा जी नूं ना जिहड़ा पक्का नाम सी रामदास जी, अज धन श्री गुरु रामदास बना दिता है। धन श्री गुरु रामदास महाराज नूं जदों गुरता गद्दी बख्शिश करती ना, ਜਿਹੜੇ ਸੋਢੀ ਕਹਿੰਦੇ ਸੀ ਸਹੁਰਿਆਂ ਦੇ ਘਰ ਟੋਕਰੀਆਂ ਢੋਂਦਾ ਫਿਰਦਾ, ਟੁਕੜੇ ਖਾਂਦਾ ਫਿਰਦਾ, ਅੱਜ ਉਹੀ ਆ ਕੇ ਮੱਥਾ ਟੇਕਦੇ ਨੇ। ਕਿਉਂਕਿ ਲੋਕਾਂ ਦਾ ਕੰਮ ਇਹੋ ਜਿਹਾ ਹੀ ਹੈ, ਲੋਕਾਂ ਨਾਲ ਸਲਾਹੇ ਜੋ ਮਰਵੰਜ ਸੀ ਇਹ ਮਿੰਟ 'ਚ ਹੀ ਤਾਂ ਹਾਰ ਪਾਉਣ ਲੱਗ ਜਾਂਦੇ ਨੇ ਤੇ ਦੂਜੇ ਦਿਨ ਜੁੱਤੀਆਂ ਮਾਰਨ ਲੱਗ ਜਾਂਦੇ ਨੇ। ਲੋਕਾਂ ਦੁਨੀਆ ਦਾ ਕੰਮ ਇਹੋ ਹੈ, ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਤੇ ਫਿਰ ਪਤਾ ਕੀ ਕਹਿੰਦੇ ਆਪਣੇ ਆਪ ਨੂੰ, ਹੋ ਦਾਤਾ मैं तो जिमें गंदगी दे कीड़े रुलते फिरदे सी ना, इवें रुलते फिरदे सी। रुलते हम फिरदे सी, पुछदा ना बात कोई। रुलते हम फिरदे सी, पुछदा ना बात कोई। रुलते हम फिरदे रुलते हम जो हमरी विद होती मेरे सतगुरा, साबिद तुम हर जानो आपे। हम रुलते फिरते कोई बात ना पूछता। माता पिता चढ़ाई कर गए सी, यतीम हो गए सी, लाहौर दियां गलियां विच ना गुआंढियां दे शरीकां दे घरां चों रोटी दी आस करदे सी, टुकड़ा उत्थों मिल जूगा। अज तख्तां दा मालक बन के बह गया धन गुरु रामदास महाराज। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जन केरा, जित मिलिया चूके सब सोग संतापे। धन गुरु रामदास महाराज बन गए, गुरता गद्दी सौंप दिती। ते सतगुरु अमरदास महाराज कहते हुण तुसीं इत्थे नहीं रहना, एक स्थान है गुप्त, उहनूं प्रगट करो जाके। पैसा दिता कोलों, ते अस्थान किहड़ा? एक साध संग जी छप्पड़ सी, ढाब सी। ये तुंग पिंड ते सुल्तान विंड, इन्हां पिंडां दी खारे दी जूह लगदी सी। इन्हां पिंडां दी जमीन सी, तुंग पिंड दी जमीन गुरु रामदास महाराज ने 700 रुपए च 500 बिघा खरीदिया सी। 700 रुपये दे विच 500 बिघा खरीदिया सी। इत्थे फिर सब तो पहला सत्संग गुरु अमरदास महाराज ने इस दी नींह धरी, शहर दी पहला शहर दी पिंड दी नींह धरी।
गुरु अमरदास दा महाराज दे नाम ते अमरसर धरिया, इहदा नाम पहला अमरसर सी, अमरसर। उस तो बाद इत्थे गुरु के महल बन गए। 52 कित्तियां दे लोग, तरखान, सुनियार, लोहार, मोची, जो भी सी साध संग खेतीबाही करन वाले, सनतकारी, वणज वपार करन वाले ते बड़े बड़े वपारी। महाराज घर छोटे ने, गुरु रामदास पातशाह नूं कहण लगे, कहंदे घर छोटे ने। जदों साध संग छोटे घर आख्या, कहंदे जिहड़ा अमृतसर साहिब दे विच दुकान पा लूगा ना, इत्थे हट्टियां पा लू, छोटी हट्टी दे विच बरकत इन्नी पै जू, वो भी साध संग जीओ दुनिया दा शाह बन जू। किते सोमा शाह वर्गे सतगुरु पातशाह ने शाह बना ते भर दिते आ नक्को नक। अज इत्थे फिर सब तो पहला साध संग जीओ सरोवर दा टप्पा लाया। सरोवर दा टप्पा सुधासर सरोवर जिहड़ा कच्चा सरोवर सी ते संतोखसर सरोवर, ये दो सरोवर धन गुरु रामदास महाराज ने जदों अमृतसर दी पहला इहदा नाम रखिया अमरसर, फिर चक रामदास सर, फिर जदों सरोवर दी नींह धर के पानी नाल सरोवर भर दिता, उदों अमृतसर रखिया। ताई भाई गुरदास जी कहंदे, बैठा सोढ़ी पातशाह रामदास सतगुरु कहावै, पूर्ण ताल खटाया अमृतसर विच जोत जगावै। धन गुरु रामदास जी महाराज बैठे ने, ते पहला तो आप भालिया ढूंढिया उन्हां नूं, ते फिर ढूंढ के गुरता गद्दी ते बिठा के उन्हां दी परवरिश पोलना पालना पोषना ते आप सवारिया उन्हां नूं। ताई भाई सत्ता ते बलवंड अपनी वार च कहंदे ने ना, सारी संगत पढ़ो प्यार नाल। धन धन रामदास गुरु, धन धन रामदास गुरु, धन धन रामदास गुरु, धन। सारे पढ़ो। धन बाबा धन 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 रामदास गुरु, धन धन रामदास गुरु, धन 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 जिन सिरिया तिन्नै सवारिया, सिरिया तिन्नै सवारिया, जिन सिरिया जिन सिरिया सिरिया, जिन सिरिया, जिन सिरिया तिन्नै सवारिया, सिरिया तिन्नै सवारिया, जिन जिन सिरिया सिरिया, धन धन रामदास गुरु, धन धन रामदास गुरु, धन 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 रामदास गुरु जी सिरिया तिन्नै सवारिया। पूरी होई करामात आप सिरजनहार है तारिया, सिखी ते संगति पार ब्रह्म कर नमस्कारिया।
अटल अथाह अतोल तू, तेरा अंत न पारा वारिया। जिनी तू सेविया भाव कर से, तुध पारी उतारिया। लब लोभ काम क्रोध मोह मार, कड्डे तुध सब परवारिया। तन सो तेरा थान है, सच तेरा पैसकारिया। नानक तू लहना तू है, गुर अमृतों विचारिया। गुर डिठा तन मन सदारिया। तन तन रामदास गुर, तन तन रामदास गुर, तन 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 रामदास गुर, तन। रामदास गुर। सारी संगत को धन धन श्री गुरु रामदास जी। ये खाली झोलियां भरदे आ भाई सतगुरु, जिहड़ा उहदे दर ते आ जांदा है, उहदे दर ते। हुण की होया, अज इन्नियां रोशनाइयां होईयां, अज इन्नी किरपा हुई है। साध संगत जी अमृतसर विच जोत जगावै। कहते ने बसदी सगन अपार, अनूप रामदासपुर। हर हाँ नानक कसमन लाए, नहाया रामदास। गुरु रामदास दे सरोवर दे विच कोड़ी कैंसर वाला किड्डा बीमार शरधा भावना नाल इशनान कर ले। रामदास सरोवर नहाते सब उतरे पाप, सारियां दे पाप दूर होंदे ने। निमरता इन्नी, एक बारी बाबा श्री चंद जी आए, गुरु रामदास महाराज का ना दाड़ा एडा लंबा सी, खड़ियां दा दाड़ा हेठां लगदा हुंदा सी, हेठां लगदा हुंदा सी। आए श्री चंद जी कहन लगे रामदास जी, क्योंकि गुरु नानक दे साहिबजादे सी, सत्कार करदे सी, उन्हां नूं उच्ची जगह ते बिठाउण दा यतन कीता। रामदास जी एडा दाड़ा क्यों वधाया? कहंदे महाराज तुहाडे वर्गे महापुरखां दे चरण झाड़न वास्ते, केसां का कर चबर ढलावां, चरण धूड़ मुख लाई। निमरता दी हद, ताई तो तुसीं गुरता गद्दी लै गए, ताई तो सब कुछ फकीरी भी लै गए, पीरी भी लै गए, मीरी भी लै गए, सारा कुछ लै गए। इस करके दो गल्लां आखियां सी ना रिश्ते वेले, भाई जेठे नूं रिश्ता। माता कहन लगी गुरु अमरदास महाराज दे घरों, कहंदी एक तो खानदान चंगा होवे, दूजा लड़की नूं रोटी कमा के खवाउंदा होवे। हुण खानदान सोढियां दा, बीबी भानी दा, प्यो भी गुरु, पति भी गुरु, पुत भी गुरु, पोता भी गुरु, गुरु तेग बहादुर महाराज, पोता भी गुरु, गुरु हरगोबिंद महाराज, पड़ोता भी गुरु तेग बहादुर, पड़ पोता गुरु गोबिंद सिंह साहब। चली पीढ़ी सोढियां रूप दिखावण, बारो बारी धन गुरु रामदास महाराज तेरी किरपा हुई है। अज सारी संगत नूं गुरु रामदास महाराज दे आगमन दिहाड़े की बहुत बहुत बधाई होवे। तुसीं अपना टाइम कढ के सारे गुरु चरणों दे विच आए हो। वड्डियां साध संगत जीओ और उन्हां दियां करनियां हुंदियां ने, सतगुरां दियां रहबरां दियां, जिन्हां दे चरणों विच असीं जुड़दे आ। परसों रोज़ तो लैके अखंड पाठ साहिब की सेवा भाई बीबी राविंदर कौर मॉन्ट्रियल कनेडा निवासी, उन्होंने अपने बच्चों का जन्मदिन हर साल मनाते होंगे। पहला दिन का अग्गा पिछा होंदा, हुण 2-3 साल हो गए इस दिन ते ही मनाते हैं भाई। और उन्होंने अपने बेटा मनकीरत सिंह, बेटी सुखप्रीत कौर, इन्हां दे बच्चे बच्ची के जन्मदिन नूं मुख रख के सारे नगर के सहयोग नाल, सेवादारां दे सहयोग नाल ये महान दिहाड़ा मनाया। आप संगतां ने हाज़रियां भरियां। सतगुरां दे चरनां विच हुण आनंद साहिब दीयां 6 पौड़ियां पढ़ के अरदास बेनती करनी जी। फिर आपां सारियां अरदास बेनती तो बाद गर्म गर्म जलेबियां दा लंगर तैयार है, छोले पनीर सब्जा बनया, प्रशादे, और सारी संगत ने जिन्ने भी आए हो पंगतां बना के सारियां ने प्रेम सत्कार नाल जूठा नहीं छड्डना और छक के जाना है। उस साध संगत जो भाई मलकीत सिंह दे परिवार ने
ਇਹ ਸੇਵਾਵਾਂ ਕੀਤੀਆਂ। ਆਪ ਸਮੂਹ ਸੰਗਤਾਂ ਨੇ ਸਹਿਯੋਗ ਦਿੱਤਾ। ਸਾਰਿਆਂ ਨੇ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸਤਿਕਾਰਯੋਗ ਸਾਡੇ ਰਾਗੀ ਜੀਆਂ ਦਾ ਵੀ ਧੰਨਵਾਦੀ ਹਾਂ। ਔਰ ਸਾਡੇ ਬੱਚਿਆਂ ਨੂੰ ਕਿੰਨਾ ਵਧੀਆ, ਦੇਖੋ ਅੱਜ ਕੱਲ੍ਹ ਨਿੱਕੀਆਂ ਨਿੱਕੀਆਂ ਬੱਚੀਆਂ ਕਿਹੜੇ ਪਾਸੇ ਚੱਲੇ ਹੋਏ ਨੇ ਬੱਚੇ, ਪਰ ਕੀਰਤਨ ਕਰਦੇ ਆ, ਗੁਰੂ ਦੀ ਬਾਣੀ ਪੜ੍ਹਦੇ ਆ, ਚੰਗੇ ਪਾਸੇ ਲੱਗਦੇ ਆ। ਸਗੋਂ ਰਾਗੀ ਸਿੰਘ ਕਲਾਸਾਂ ਲਾਉਂਦੇ ਆ। ਆਪਣੇ ਬੱਚਿਆਂ ਨੂੰ ਹੋਰ ਵੀ ਭੇਜਿਆ ਕਰੋ ਭਾਈ ਕੀਰਤਨ ਸਿੱਖਣ ਵਾਸਤੇ, ਤਾਂ ਕਿ ਸਾਡਾ ਜੀਵਨ ਸਫਲ ਹੋ ਜੇ। ਸਾਡਾ ਜੇ 5-10 ਸਾਲ ਕਥਾ ਕੀਰਤਨ ਗੁਰੂ ਦੇ ਚਰਨਾਂ 'ਚ ਇਹਦੀ ਸੰਗਤ ਵਿੱਚ ਲੰਘੇ, ਫਿਰ ਮੱਤ ਆ ਜਾਂਦੀ ਹੈ ਇਹਨੂੰ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ, ਕਿਉਂ ਸਤਿਗੁਰੂ ਪਾਤਸ਼ਾਹ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਾਤਸ਼ਾਹ ਨੇ ਸਾਡੇ ਉੱਤੇ, ਸਾਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤਾ। ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਆ ਠਾਓ। ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ। ਸੇਵਾਦਾਰਾਂ ਨੂੰ ਬੇਨਤੀ ਹੈ ਕਿ ਭਾਈ ਆਪਦੇ ਬਰਤਨ, ਸਾਰਾ ਭੋਜਨ ਤਿਆਰ ਰੱਖਿਓ। ਜਿਹੜੀ ਸੰਗਤ ਅਜੇ ਤੱਕ ਨਹੀਂ ਆਈ ਉਹ ਵੀ ਸਾਰੇ ਆਓ, ਲੰਗਰ ਪਾਣੀ ਛਕਣਾ ਸਾਰਿਆਂ ਨੇ। ਹੁਣ 6 ਪੌੜੀਆਂ ਆਨੰਦ ਸਾਹਿਬ ਸਾਰੇ ਪ੍ਰੇਮ ਨਾਲ ਪੜ੍ਹੋ, ਫਿਰ ਅਰਦਾਸ ਬੇਨਤੀ ਵਿੱਚ ਜੁੜੀਏ ਜੀ। हम अब गुण भरे एक गुण नाही, अमृत विखै विख खाई, माया मोह भरम पै भूले, सुतदारा सिम प्रीत लगाई। इक उत्तम कली महला तीजा। आनंद ओंकार सतगुर प्रसाद, आनंद भया मेरी माए सतगुरु मैं पाया। राग रतन परिवार परिया, शब्द का आया।
जिने नाम गए मसाकत खाल, नानक ते मुख कीर्ति छुटी नाल। वाहिगुरु जी का खालसा, वाहिगुरु जी की फतेह। तू ठाकुर तुम तुम मात पिता हम, कोई न जाने सगल समग्री तुमरै। तुमरी गात मित तुद आगे अरदास हमारी। कहो नानक सत सब ताई मैं सहाय दसवां पातशाही किया तुम जोत। श्री गुरु ग्रंथ साहिब जी दे पाठ दीदार दा ध्यान धर के खालसा साहिब बोलो। पंजा प्यारियां चौहां साहिबजादियां 40 मुक्तियां हठियां जपियां तपियां जिन्ना आप जी का पवित्र नाम जपिया वंड के छकिया देख चलाई तेग वाही देख सुन के अनड़ किया। तिन्ना प्यारियां सचारियां की कमाई का ध्यान धर के खालसा साहिब बोलो। जिन्ना ਸਿੰਘਾਂ ਸਿੰਘਣੀਆਂ ने धर्म हेत सीस दिते चरखड़ियां चढ़े बनवन कटवाए पुठियां खला लहाइयां कोपरियां तरवाइयां आरियां नाल चलाए पुलदियां देगां चवाड़े जिउंदे जंडां नाल बन के साड़े पुरातन समय तो वर्तमान समय तक मौजूदा सिख संघर्ष युद्ध ਦੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪੁਰਾਤਨ ਤੇ ਵਰਤਮਾਨ ਸਮੇਂ ਦੇ ਸਿੰਘਾਂ ਸਿੰਘਣੀਆਂ ਭਜੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ। पंजा तख्तां सरबत गुरुद्वारियां गुरु के धामां निशाना जोड़ मेलियां सरोवरां जी का ध्यान धर के खालसा साहिब बोलो। बिरतमय सरबत खालसा जी की अरदास है जी सरबत खालसा जी को वाहिगुरु 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 नाम चित आवे। चित आवन का सदका सर्व सुख होवै। जहाँ जहाँ खालसा जी साहिब तहाँ तहाँ रछिया रियायत। देग तेग फतेह बिरद की पैज पंथ की जीत। श्री साहिब जी सहाय खालसे जी के बोल वाले बोलो। आप जी दे गुरु सिखां दा मन नीवा मत उच्ची करनी मत पद के राखे आप काल वाहिगुरु बख्शनाथ जी गुरु सिखां नूं सिੱਖੀ दान रहत दान केश दान विवेक दान उत्साह दान भरोसा दान दान सरदान नाम दान। श्री अमृतसर जी के दर्शन स्नान चौकियां झंडे बूंगे जुगो हो जुग अटल। धर्म का जय जयकार खालसा साहिब बोलो। हे अकाल पुरख अपने पंथ दे सदा सहाई दातार जीओ श्री ननकाना साहिब होर गुरुद्वारियां गुरधामां दे जिन्हां तो पंथ नूं विछोड़िया गया है खुले दर्शन ददार सेवा संभाल दा दान प्यारे खालसा जी नूं बख्शो। हे निमाणियां दे मान सतगुरु निताणियां दे ताण सतगुरु दीन दयाल सतगुरु धन 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 श्री गुरु ग्रंथ साहिब महाराज जी आप जी के पावन पवित्र चरणों को लगे अरदास बेनती जोदड़ी है। आप जी के पावन अस्थानां ते सच्चे पातशाह जी चौथे पातशाह धन गुरु नानक की चौथी जोत बैठा सोढ़ी पातशाह रामदास सतगुरु कहावै। भले अमरदास गुण तेरे तेरी उपमा तोहे बन आवै। देख घरों भरोसाए होए धन धन चौथे पातशाह श्री गुरु रामदास महाराज जीओ। आप जी के आगमन दिहाड़े नूं मुख रखते आप जी के पावन स्थानां ते हर साल की तरह सच्चे पातशाह जीओ
ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਮਲਕੀਤ ਸਿੰਘ ਜੀ, ਬੀਬੀ ਰਵਿੰਦਰ ਕੌਰ, ਮਾਤਾ ਗੁਰਦੀਪ ਕੌਰ ਦੇ ਸਾਰੇ ਪਰਿਵਾਰ ਵੱਲੋਂ ਆਪਣੇ ਬੱਚਿਆਂ ਬੇਟਾ ਮਨਕੀਰਤ ਸਿੰਘ, ਬੇਟੀ ਸੁਖਪ੍ਰੀਤ ਕੌਰ, ਇਹਨਾਂ ਦੇ ਜਨਮ ਦਿਨ ਨੂੰ ਮਨਾਉਂਦੇ ਹੋਇਆਂ ਪਰਸੋਂ ਰੋਜ਼ ਤੋਂ ਲੈ ਕੇ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਸੇਵਾ ਸੱਚੇ ਪਾਤਸ਼ਾਹ ਜੀ ਆਪ ਲਈ ਆਪ ਜੀ ਨੇ ਕਿਰਪਾ ਕੀਤੀ। ਆਪ ਜੀ ਦੇ ਪਵਿੱਤਰ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਸੱਚੇ ਪਾਤਸ਼ਾਹ ਜੀਓ ਆਰੰਭਤਾ ਤੋਂ ਲੈ ਕੇ ਸਤਿਗੁਰੂ ਪਾਤਸ਼ਾਹ ਕਿਰਪਾ ਕੀਤੀ ਪਾਠੀ ਸਿੰਘਾਂ ਤੇ, ਸੇਵਾਦਾਰਾਂ ਤੇ, ਨਗਰ ਨਿਵਾਸੀਆਂ ਤੇ, ਆਦਿ ਤੋਂ ਮੱਧ ਤੋਂ ਅੰਤ ਤੱਕ ਨਿਰਵਿਘਨ ਸੰਪੂਰਨ ਗੁਰਬਾਣੀ ਪੜ੍ਹੀ। ਪਾਠੀ ਸਿੰਘਾਂ ਤੋਂ ਗੁਰਬਾਣੀ ਪੜ੍ਹਦਿਆਂ, ਸੇਵਾਦਾਰਾਂ ਤੋਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਤਰੁੱਟੀਆਂ ਅਣਤਾਈਆਂ ਲਗਾ ਮਾਤਰਾ ਅੱਖਰ ਵੱਧ ਘੱਟ ਲਾਗੇ ਹੋਣਗੇ ਮਾਫ ਕਰਿਓ। ਅੱਗੇ ਤੋਂ ਸੁਧ ਬਾਣੀ ਪੜ੍ਹਨ ਦੇ, ਸੇਵਾ ਕਰਨ ਦੇ, ਜਾਪ ਕਰਨ ਦੇ ਬਲ ਬੁੱਧ ਉਤਮ ਤਾਕਤ ਬਖਸ਼ਿਸ਼ ਕਰਿਓ। ਸਾਰੇ ਨਗਰ ਨੇ, ਸੰਗਤਾਂ ਨੇ ਸੱਚੇ ਪਾਤਸ਼ਾਹ ਆਪਣੀਆਂ ਆਪਣੀਆਂ ਭਾਵਾਂ ਨਾਵਾਂ ਨਾਲ ਇਸ ਮਹਾਨ ਗੁਰਪੁਰਬ ਦੇ ਆਗਮਨਪੁਰ ਦੇ ਵਿੱਚ ਸੱਚੇ ਪਾਤਸ਼ਾਹ ਸੇਵਾਵਾਂ ਕੀਤੀਆਂ। ਸਭਨਾਂ ਦੀਆਂ ਘਾਲ ਥਾਏ ਪਾਉਣੀਆਂ ਸੇਵਾਵਾਂ ਕੀਤੀਆਂ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ। ਬੇਟਾ ਮਨਕੀਰਤ ਸਿੰਘ, ਬੇਟੀ ਸੁਖਪ੍ਰੀਤ ਕੌਰ ਨੂੰ ਲੰਬੀਆਂ ਉਮਰਾਂ ਬਖਸ਼ੋ। ਮਾਤਾ ਪਿਤਾ ਦੇ ਆਗਿਆਕਾਰੀ ਬਣਾਓ, ਧਰਮ ਦੇ ਆਗਿਆਕਾਰੀ ਬਣਾਓ, ਉੱਚ ਵਿੱਦਿਆ ਦੀ ਦਾਤ ਝੋਲੀ ਵਿੱਚ ਪਾਓ। ਭਾਈ ਮਲਕੀਤ ਸਿੰਘ ਦੇ ਸਾਰੇ ਪਰਿਵਾਰ ਤੇ ਮਿਹਰ ਪ੍ਰਿਆਤ ਰੱਖ ਕੇ ਅੰਮ੍ਰਿਤ ਦੀਆਂ ਦਾਤਾਂ ਨਿਤਨੇਮ ਗੁਰਸਿੱਖੀ ਜੀਵਨ ਆਪਦੇ ਚਰਨਾਂ ਨਾਲ ਜੋੜ ਕੇ ਰੱਖਿਓ। ਸੱਚੇ ਪਾਤਸ਼ਾਹ ਕਾਰੋਬਾਰਾਂ ਤਰੱਕੀਆਂ ਵਾਧੇ ਕਰਨੇ, ਮਸ਼ੀਨਰੀ ਤੇ ਮਿਹਰ ਪ੍ਰਿਆਤ ਰੱਖ ਕੇ ਐਕਸੀਡੈਂਟਾਂ, ਨੌਬਤਾਂ, ਮੁਸ਼ਕਲਾਂ, ਮੁਸੀਬਤਾਂ, ਔਕੜਾਂ, ਦੁੱਖਾਂ, ਕਲੇਸ਼ਾਂ, ਵਿਘਨਾਂ ਤੋਂ ਬਚਾ ਕੇ ਆਪਦੇ ਚਰਨਾਂ ਦੀ ਪ੍ਰੀਤ ਬਖਸ਼ਿਓ। ਦੇਸਾਂ ਵਿਦੇਸਾਂ ਵਿੱਚ ਵਸਦਿਆਂ ਦੇ ਸਾਰੇ ਪਰਿਵਾਰ ਦੇ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਮਾਣ ਸਤਿਕਾਰ ਬਖਸ਼ਿਓ। ਇਸੇ ਤਰ੍ਹਾਂ ਸੇਵਾਵਾਂ ਕਰਨ ਦੇ ਬਲ ਬਖਸ਼ਿਓ। ਘਰ ਵਿੱਚ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਨਾਮਦਾਨ ਬਖਸ਼ਿਸ਼ ਕਰਨਾ, ਇਹੋ ਜਿਹੀਆਂ ਸੇਵਾਵਾਂ ਆਪ ਜੀ ਨੇ ਲੈਂਦੇ ਰਹਿਣਾ। ਸੱਚੇ ਪਾਤਸ਼ਾਹ ਬੇਅੰਤ ਮਾਇਆ ਦੁਆਰਾ, ਰਸਤਾਂ ਦੁਆਰਾ ਆਪ ਜੀ ਦੇ ਸੇਵਕਾਂ ਵੱਲੋਂ ਸੇਵਾਵਾਂ ਕੀਤੀਆਂ ਗਈਆਂ ਨੇ। ਸੱਚੇ ਪਾਤਸ਼ਾਹ ਜੀਓ ਕੀਤੀਆਂ ਸੇਵਾਵਾਂ ਸੱਚੇ ਪਾਤਸ਼ਾਹ ਜੀਓ ਲੇਖੇ ਵਿੱਚ ਲਾਉਣੀਆਂ। ਭਾਈ ਮਲਕੀਤ ਸਿੰਘ ਦੇ ਸਾਰੇ ਪਰਿਵਾਰ ਵੱਲੋਂ ਬੱਚਿਆਂ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਬੇਅੰਤ ਪਦਾਰਥਾਂ ਦੇ ਲੰਗਰ ਤਿਆਰ ਕੀਤੇ ਗਏ। ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਦਾਤਾ। ਆਪ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ। ਦੂਸਰੀ ਅਰਦਾਸ ਬੇਨਤੀ, ਬੇਟੀ ਸੁਮਨਪ੍ਰੀਤ ਕੌਰ, ਸੁਪੁੱਤਰੀ ਸਰਦਾਰ ਹਰਜਿੰਦਰ ਸਿੰਘ ਜੀ, ਸੰਘੇੜਾ ਨਿਵਾਸੀ। ਸੱਚੇ ਪਾਤਸ਼ਾਹ ਜੀਓ ਸੁਮਨਪ੍ਰੀਤ ਕੌਰ ਦੀ ਅਰਦਾਸ ਬੇਨਤੀ, ਦੇਹ ਅਰੋਗਤਾ ਦੀ, ਸਰੀਰਕ ਤੰਦਰੁਸਤੀ ਦੀ ਕਰਾਉਂਦੇ ਨੇ। ਮਹਾਰਾਜ ਜੀ ਬੱਚੀ ਦਾ ਸਰੀਰ ਤੰਦਰੁਸਤ ਕਰੋ, ਅੰਗ ਸੰਗ ਹੋ ਕੇ ਸਹਾਇਤਾ, ਅੰਮ੍ਰਿਤ ਦੀ ਦਾਤ ਨਿਤਨੇਮ ਬਾਣੀ ਸਿਮਰਨ ਸੇਵਾ, ਆਪ ਕਾਰਜਾਂ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਜੀਵਨ ਬਖਸ਼ਣਾ। ਸਾਰੇ ਨਗਰ ਖੇੜੇ ਨੇ ਮਨ ਕਰਕੇ, ਤਨ ਕਰਕੇ, ਧਨ ਕਰਕੇ, ਮਾਇਆ ਦੁਆਰਾ, ਰਸਤਾਂ ਬਸਤਾਂ ਦੁਆਰਾ ਸੇਵਾਵਾਂ ਕੀਤੀਆਂ। ਭਾਈ ਮਲਕੀਤ ਸਿੰਘ ਦੇ ਪਰਿਵਾਰਾਂ ਨੇ ਸੱਚੇ ਪਾਤਸ਼ਾਹ ਜੀ ਉਹ ਲੰਗਰਾਂ ਦੀਆਂ ਸੇਵਾਵਾਂ, ਮਾਇਆ ਦੀਆਂ ਸੇਵਾਵਾਂ, ਆਪਦੇ ਦਰ ਦੀਆਂ, ਘਰ ਦੀਆਂ, ਸਿੱਖਾਂ ਸੇਵਕਾਂ ਦੀਆਂ ਸੇਵਾਵਾਂ ਕੀਤੀਆਂ। ਸੇਵਾ ਘਾਲ ਥਾਏ ਪਾਉਣੀ, ਲੇਖੇ ਵਿੱਚ ਲਾਉਣੀਆਂ। ਦਰੋਂ ਘਰੋਂ ਨਾਮ ਸਿਮਰਨ ਸੇਵਾ, ਪ੍ਰੇਮਾ ਭਗਤੀ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਆਪ ਨੇ ਗਾਵਾਂ, ਮੱਝਾਂ, ਪਸ਼ੂ, ਲਵੇਰਿਆਂ ਤੇ ਫਸਲ ਬਾੜੀਆਂ ਤੇ ਮਿਹਰ ਭਰਿਆ ਹੱਥ ਰੱਖ ਕੇ ਦੁੱਧ ਪੁੱਤਰਾਂ ਦੀਆਂ ਦਾਤਾਂ ਬਖਸ਼ਣੀਆਂ। ਘਰ ਵਿੱਚ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਇਸ ਵੇਲੇ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਹਿਸ਼ਾਕੀ ਪਹਿਨਾਏ ਗਏ, ਅੰਗੀਕਾਰ ਕਰਨੇ। ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਖੱਜਿਓ ਜੀ। ਇਸ ਵੇਲੇ ਸੱਚੇ ਪਾਤਸ਼ਾਹ ਜੀ ਉਹ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਰੱਖੀ। ਗੁਰੂ ਕਾ ਲੰਗਰ ਹਾਜ਼ਰ ਹੈ। ਸਤਿਗੁਰੂ ਪਾਤਸ਼ਾਹ ਜੀਓ ਆਪ ਕਿਰਪਾ ਕਰੋ। ਦੇਗ ਸਜਾਉਂਦਿਆਂ ਹੋਈਆਂ ਸੂਖਸ਼ਮ ਭੁੱਲਾਂ ਦੀ ਖਿਮਾ ਕਰੀ। ਪਾਕ ਸਾਰ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ। ਆਪ ਜੀ ਕੜਾਹ ਪ੍ਰਸ਼ਾਦ ਨੂੰ ਭੋਗ ਲਾਓ, ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਗੁਰੂ ਕਾ ਲੰਗਰ ਤਿਆਰ ਹੈ। ਸਲੋਕਾਂ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਗ ਨਾਨਕ ਪ੍ਰਭ ਸ਼ਰਨਾਗਤੀ ਕਰ। ਪ੍ਰਸਾਦ ਗੁਰਦੇਵ ਪ੍ਰਵਾਨ ਕਰਿਓ। ਸੰਗਤ ਵਿੱਚ ਵਰਤਾਉਣ ਦੀ ਛਕਣ ਛਕਾਉਣ ਦੀ ਆਗਿਆ ਦਿਓ। ਇਸ ਵੇਲੇ ਜੋ ਜੋ ਮਾਈ ਭਾਈ ਚਰਨ ਸਰਨ ਚੱਲ ਕੇ ਆਏ ਦੂਰੋਂ ਨੇੜਿਓਂ, ਆਪ ਦੇ ਦਰ ਤੇ ਹਾਜ਼ਰੀਆਂ ਭਰੀਆਂ। ਕੀਰਤਨ ਕਥਾ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ।
ਕੀਰਤਨ ਕਥਾ ਦੀਵਾਨ ਵਿੱਚ ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ। ਅੱਗੇ ਤੋਂ ਸੁਧ ਬਾਣੀ ਪੜ੍ਹਨ ਦੇ, ਕੀਰਤਨ ਕਥਾ ਗੁਰਮਤਿ ਵਿਚਾਰਾਂ ਕਰਨ ਦੇ ਬਲ ਬਖਸ਼ਣਾ ਹੈ। ਜਥੇ ਤੇ ਵੀਰ ਭਰਿਆ ਹੱਥ ਰੱਖ ਕੇ ਆਪਦੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਆਪਦੇ ਅਸਥਾਨਾਂ ਦੀ ਚੜ੍ਹਦੀ ਕਲਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪ ਸਾਰੀਆਂ ਸੰਗਤਾਂ ਤੇ ਆਏ ਹੋਏ ਮਾਈ ਭਾਈ ਤੇ ਕਿਰਪਾ ਕਰਿਓ, ਮਾਲੀ ਮਨੁੱਖੀ ਤੇ ਕਿਰਪਾ ਕਰਿਓ। ਸਤਿਗੁਰੂ ਪਾਤਸ਼ਾਹ ਆਪਦੀ ਕੌਮ ਤੇ ਆਇਆ ਸੰਕਟ ਆਪ ਟਾਲਣਾ ਕਰਨਾ, ਮੇਲ ਖਾਲਸਾ ਪੰਥ ਦੀ ਇਕੱਤਰਤਾ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਜੀਓ ਆਏ ਸਾਧ ਸੰਗਤਾਂ ਕਦਮ ਕਦਮ ਲਿਖ ਦੇ ਵਿੱਚ ਲਾਉਣਾ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਡਕ ਦੂਰ ਕਰਨੇ। ਐਸ ਵੇਲੇ ਸਤਿਗੁਰੂ ਪਾਤਸ਼ਾਹੀਆਂ ਸੰਗਤਾਂ ਨੂੰ ਆਪ ਜੀ ਲਾਹੀ ਅਤੇ ਪਵਿੱਤਰ ਫਰਮਾਨ ਸੁਣਾ ਕੇ ਕਿਰਤਾਰਥ ਕਰੋ। ਦਾਸਾਂ ਤੇ ਜਥੇ ਤੇ ਮੇਰ ਭਰੇ ਹੱਥ ਰੱਖ ਕੇ ਆਪ ਦੀਆਂ ਸੇਵਾ ਵਾਲਿਓ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਆਪ ਜੀ ਦੇ ਦਰ ਤੇ ਜੋ ਜੀ ਚੱਲ ਕੇ ਆਵੇ ਮਨੋ ਮੰਗੀਆਂ ਮੁਰਾਦਾਂ ਪਾਵੇ। ਅੜੇ ਸੋ ਝੜੇ ਸਰਨ ਪੜੇ ਸੋ ਤਰੇ, ਸੁਖ ਹੋਵੇ ਨਾਮ ਚਿਤ ਆਵੈ। ਨਾਨਕ ਨਾਮ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨੀਓ, ਜੋ ਪ੍ਰਭ ਕੋ ਮਿਲਿਓ ਚਾਹੈ। ਰਾਜ ਕਰੇਗਾ ਖਾਲਸਾ, ਵਾਰ ਹੋਏ ਸਭ ਮਿਲਾਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵੰਦੇ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ। ਸੋ ਨਿਹਾਲ ਬੋਲੇ ਸੋ ਨਿਹਾਲ। ਬੋਲੇ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਘਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਕਿ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਨਾਰਾਇਣ ਨਰ ਪਤ ਨਾਮ ਸਕਾਰੈ, ਐਸੇ ਗੁਰ ਕੋ ਵਲ ਵਲ ਜਾਈਐ। ਆਪ ਮੁਕਤ ਮੋਹਿ ਤਾਰੈ, ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ। ਅੰਮ੍ਰਿਤ ਸਰ ਵਿੱਚ ਜੋਤ ਜਗਾਵੈ, ਸੋ ਕਹੋ ਟਲ ਗੁਰ ਅਹਨਿਸ ਸਹਿਜ
दर्शन परसे गुरु कै होवै सिफत खसम दी नूर अरसों कुरसों तुद डिठा सच्चे पातशाह मल जन्म जन्म दी सज्जन सच्चा पातशाह जिस पास बैठिया सोहिए सतनाम वाहिगुरु साहिब जी। तनासरी महला पंजवा। जिसका तन मन धन सब तिसका सोई सुगड़ सो जानी तिन्ही सुनिया दुख सुख मेरा तो विधनी की खटानी। जिसका तन मन धन सब तिसका सोई सुगड़ सो जाने तिन्ही सुनिया दुख सुख मेरा तो विधनी की खटानी। जी की एक ही पहमानी अवर जतन कर रहे बहु तेरे तैन तिल नहीं कीमत जानी। रहाओ अमृत नाम निर्मूलक हीरा गुर दीनो मनतानी। डिगा न डोलै दिरड़ कर रहे हो पूर्ण हुए तृपतानी। ओए जो बीच हम तुम कछ होते तिनकी बात बिलानी। अलंकार मिल थैली हुई है ताते कनक वखानी। प्रगटियो जोत सहज सुख शोभा बाजे अनहद बानी। कहु नानक निश्चल कर वादियो गुर कीयो बंदानी। प्रगटियो जोत सहज सुख शोभा बाजे अनहत बानी। कहु नानक निश्चल कर बांधियो गुर कीयो बंदानी। वाहिगुरु जी का खालसा वाहिगुरु जी की फतेह। तनासरी महला पंजवा। जिसका तन मन धन सब तिसका सोई सुगड़ सो जानी। तिन्ही सुनिया दुख सुख मेरा तो विधनी की खटानी। सारी संगत नूं धन धन श्री गुरु रामदास महाराज जी चौथे पातशाह सोढ़ी पातशाह सोढ़ी सुल्तान दे आगमन दिहाड़े की बहुत बहुत बधाई होवे। कोटान कोट शुकराना श्री गुरु ग्रंथ साहिब महाराज का जिथे मैं नाल सारियां संगतां दा धन्नवादी हाँ। उत्थे साध संगत जो साडे सत्कारयोग भाई मलकीत सिंह जी बीबी रविंदर कौर जिन्हां ने अपने बच्चों के काका मनकीरत सिंह बेटी सुखप्रीत कौर उन्हां दे जन्मदिन नूं मुख रख के गुरु रामदास महाराज के आगमन दिहाड़े मनाउंदे श्री अखंड पाठ साहिबां की सेवा की। हर साल ही ये अखंड पाठ साहिब की सेवा भाई साहब होरी कराउंदे आ। सतगुरु महाराज कृपा करे बख्शिश करे मेहर करे।
ਸਤਿਗੁਰੂ ਪਾਤਸ਼ਾਹ ਗੁਰਸਿੱਖੀ ਜੀਵਨ ਸਾਨੂੰ ਸਾਰਿਆਂ ਨੂੰ ਨਿਤਨੇਮ ਅੰਮ੍ਰਿਤ ਬਾਣੀ ਨਾਮ ਸਿਮਰਨ ਸੇਵਾ ਉਹਨਾਂ ਬੱਚਿਆਂ ਨੂੰ ਲੰਮੀਆਂ ਉਮਰਾਂ ਆਪਾਂ ਅਰਦਾਸ ਕੀਤੀ ਹੈ ਤੇ ਸਤਿਗੁਰੂ ਮਾਤਾ ਪਿਤਾ ਧਰਮ ਦੇ ਆਗਿਆਕਾਰੀ ਬਣਾ ਕੇ ਰੱਖੇ, ਉੱਚ ਵਿਦਿਆ ਦੀ ਦਾਤ ਬਖਸ਼ੇ। ਹੁਣ ਸਾਰੀ ਸੰਗਤ ਜਿੰਨੀ ਆਈ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਤੇ ਫਿਰ ਪੰਗਤਾਂ ਬੀਬੀਆਂ ਨੇ ਬੀਬੀਆਂ ਵਾਲੇ ਪਾਸੇ, ਭਾਈਆਂ ਨੇ ਭਾਈਆਂ ਵਾਲੇ ਪਾਸੇ, ਬਾਕੀ ਵੀ ਜਿਹੜੀ ਸੰਗਤ ਰਹਿੰਦੀ ਹੈ ਸਾਰੇ ਆਓ ਭਾਈ। ਸਾਰਿਆਂ ਨੇ ਲੰਗਰ ਪਾਣੀ ਛਕੇ ਤੋਂ ਬਿਨਾਂ ਕਿਸੇ ਨੇ ਜਾਣਾ ਨਹੀਂ। ਜਲੇਬੀਆਂ ਦਾ ਲੰਗਰ ਔਰ ਸਬਜ਼ੇ ਦਾ ਪ੍ਰਸ਼ਾਦਿਆਂ ਦਾ ਲੰਗਰ ਸਾਰੀ ਸੰਗਤ ਨੇ ਛਕ ਕੇ ਜਾਣਾ। ਫਿਰ ਸੰਗਤਾਂ ਨੂੰ ਉਹ ਸੇਵਕ ਪਰਿਵਾਰ ਨੂੰ ਭਾਈ ਮਲਕੀਤ ਸਿੰਘ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਆਗਮਨ ਦਿਹਾੜੇ ਦੀ ਸਾਰੀ ਸੰਗਤ ਨੂੰ ਜੀਓ ਆਇਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ, ਭੁੱਲਾਂ ਚੁੱਕਾਂ ਦੀ ਖਿਮਾ। ਅੱਗੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਦਾ ਆਗਮਨ ਦਿਹਾੜਾ ਆ ਰਿਹਾ ਹੈ, ਗੁਰੂ ਗੋਬਿੰਦ ਸਿੰਘ ਦਾ ਆਗਮਨ ਦਿਹਾੜਾ, ਸਾਹਿਬਜ਼ਾਦਿਆਂ ਦੇ ਦਿਨ। ਇਹ ਵੇਖੋ ਵੀ ਹੁਣ ਚਲੋ ਕੰਮ ਦੀ ਮੌਸਮ ਹੈ, ਪਰ ਸਾਰੇ ਗੁਰੂ ਪਿਆਰ ਵਾਲਿਓ ਇਸ ਸਾਰੇ ਨਾ ਦਿਹਾੜਿਆਂ ਨੂੰ ਪਿਆਰ ਪ੍ਰੇਮ ਨਾਲ ਦੇਖੋ। ਆਪਣਾ ਸਮਾਂ ਨਾ ਕਿਤੇ ਮਹਾਰਾਜ ਨਾ ਕਰੇ ਕਈ ਵਾਰੀ ਦੁੱਖਾਂ 'ਚ ਵੀ ਲੰਘਦਾ ਹੈ, ਕਿਉਂ ਨਾ ਆਪਾਂ ਸੁੱਖਾਂ ਦੇ ਵਿੱਚ ਲੰਘਾਈਏ, ਸੁੱਖ ਦੀ ਨੀਂਦ ਸੌਈਏ ਰੱਬ ਦੇ ਪਿਆਰ ਵਿੱਚ। ਇਸ ਕਰਕੇ ਅਸੀਂ ਸਾਦਗੀ ਵੱਲ ਨੂੰ ਆਈਏ। ਜ਼ਮਾਨਾ ਭਾਵੇਂ ਮਾਡਰਨ ਹੈ, ਪਰ ਵੇਖ ਲਓ ਵੀ ਘਰੇ ਹੋਵੇ ਨਾ ਹੋਵੇ ਕੁਛ, ਪਰ ਅਸੀਂ ਆਪਣੀ ਦੇਖ ਦਿਖਾਵੇ ਦੇ ਵਿੱਚ ਆਪਣਾ ਘਰ ਬਰਬਾਦ ਕਰ ਲੈਂਦੇ ਹਾਂ। ਸਾਦੇ ਵਿਆਹ ਸ਼ਾਦੀਆਂ ਕਰੋ ਭਾਈ, ਸਾਦੇ ਭੋਗ ਪਾਓ ਅਖੰਡ ਪਾਠ ਸਾਹਿਬਾਂ ਦੇ, ਸਾਦਾ ਭੋਜਨ ਪਾਣੀ ਬਣਾਓ। ਵਿਆਹ ਸ਼ਾਦੀਆਂ ਦੇ ਵਿੱਚ ਹੈ ਹੁਣ ਤਾਂ ਸਾਧ ਸੰਗਤ ਜੀਓ ਅਸੀਂ ਸ਼ਰਾਬਾਂ ਮੀਟ ਮੁਰਗੇ ਬੱਕਰੇ, ਉਹ ਕਾਹਦੇ ਸਾਦੇ ਵਿਆਹ ਰਹਿ ਗਏ। ਗੁਰੂ ਦੇ ਚਰਨ ਪਵਾਉਂਦੇ ਆ ਘਰਾਂ ਦੇ ਵਿੱਚ, ਉਹਦਾ ਪਾਪ ਚੜ੍ਹਦਾ, ਹੋਰ ਪਾਪ ਚੜ੍ਹਦਾ ਹੈ। ਇੱਕ ਭੋ ਲੱਥੀ ਨਹਾਤਿਆਂ ਦੋਏ ਭਾ ਚੜੀਆ ਸੋਹਰੇ ਤੋਂ ਗੁਰੇਜ਼ ਕਰੋ, ਇਹ ਤੋਂ ਵਧੀਆ ਪਾਠ ਨਾ ਕਰਾਓ। ਸਾਧ ਸੰਗਤ ਜੀਓ ਦੋਨੇ ਕੰਮ ਨਹੀਂ ਚੱਲਣੇ। ਤੇ ਸਾਦੇ ਭੋਗ ਅਖੰਡ ਪਾਠ ਸਾਹਿਬ ਦਾ ਮੁੰਡੇ ਦੀ ਛਟੀ ਬਣਾ ਲਈ ਹੈ, ਨਵਾਂ ਘਰ ਪਾਇਆ, ਮਗਰੋਂ ਮਹਾਰਾਜ ਅਜੇ ਜਾਂਦੇ ਵੀ ਨਹੀਂ, ਪਹਿਲੇ ਸ਼ਰਾਬ ਦੀਆਂ ਪੇਟੀਆਂ ਖੁੱਲ੍ਹ ਜਾਂਦੀਆਂ, ਉਹਦਾ ਕੀ ਫਾਇਦਾ ਹੋਇਆ। ਨੀਮ ਔਰ ਸਾਧ ਸੰਗਤ ਜੀ ਅਸੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਸਾਰੀ ਸੰਗਤ ਦਾ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਨੇ ਲੰਗਰ ਪਾਣੀ ਛਕ ਕੇ ਜਾਣਾ ਜੀ। ਪਹਿਲਾਂ ਭਾਈ ਉੱਠ ਕੇ ਜਾਣਗੇ, ਬਾਅਦ ਵਿੱਚ ਫਿਰ ਬੀਬੀਆਂ ਸਾਰੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।